ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲਗਾਤਾਰ ਮੋਹਾਲੀ ਦੇ ਉੱਤੇ ਜਿਹੜਾ ਖੁਫੀਆ ਵਿੰਗ ਦੇ ਉੱਤੇ ਹਮਲਾ ਹੋਇਆ, ਪੁਲਿਸ ਕਦੇ ਪ੍ਰਾਪਤੀਆਂ ਦੀ ਗੱਲ ਕਰਦੀ ਹੈ, ਕਿਤੇ ਪਿੱਛੇ ਹਟਦੀ ਹੈ, ਕਿਤੇ ਉੱਤੇ ਚੜ੍ਹਦੀ ਹੈ। ਇੱਕ ਤਰ੍ਹਾਂ ਨਾਲ ਜਿਵੇਂ ਤੁਹਾਡੀ ਪਲਸ ਵਾਲਾ ਮੀਟਰ ਚੱਲਦਾ ਨਾ, ਤਾਂ ਠਾਂ ਹੁੰਦਾ ਹੋਇਆ ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਦੇ ਦਾਅਵੇ ਵੀ ਇਸੇ ਤਰ੍ਹਾਂ ਚੱਲ ਰਹੇ ਨੇ। ਕੀ ਹੈ ਜੀ ਲੇਟੈਸਟ ਅਪਡੇਟ? ਦੇਖੋ, ਲੇਟੈਸਟ ਇਹ ਹੈ ਕਿ ਅੱਜ ਡੀਜੀਪੀ ਪੰਜਾਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ 'ਚ ਜੀ। ਜੋ ਹੁਣ ਆਪਾਂ ਨੂੰ ਤਰਦੀ ਜੀ ਜਾਣਕਾਰੀ ਆਈ ਹੈ, ਉਹਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ ਕਿਹਾ ਹੈ ਜੀ ਕਿ ਇੱਕ ਵਿਅਕਤੀ ਜਿਹਦਾ ਨਾਂ ਜਗਦੀਪ ਸਿੰਘ ਕੰਗ ਹੈ, ਉਹਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਜੀ। ਇਹ ਵਿਅਕਤੀ ਉਹ ਹੈ ਹੂੰ ਜਿਨ੍ਹਾਂ ਨੇ ਧਮਾਕਾ ਕੀਤਾ ਹੈ ਜਾਂ ਜਿਨ੍ਹਾਂ ਨੇ ਰਾਕਟ ਅਟੈਕ ਕੀਤਾ ਹੈ, ਗ੍ਰੇਨੇਡ ਅਟੈਕ ਕੀਤਾ ਹੈ, ਉਹਨਾਂ ਨੂੰ ਇੱਥੇ ਉਹਨਾਂ ਨੇ ਸ਼ੈਲਟਰ ਦਿੱਤੀ ਸੀ। ਜੀ। ਉਹ ਸ਼ੈਲਟਰ ਦਿੱਤੀ ਸੀ, ਉਹਨਾਂ ਦੇ ਵਾਸਤੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਸੀ। ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਹੈਗਾ ਪ੍ਰੋਸੈਸ ਇਹ ਇੱਕ ਦਿਨ ਦਾ ਨਹੀਂ ਸੀ ਜੀ, ਸਗੋਂ ਕਈ ਦਿਨਾਂ ਦਾ ਪ੍ਰੋਸੈਸ ਸੀ, ਤੇ ਇੱਥੇ ਉਹਨਾਂ ਨੇ ਰੈਕੀ ਵਗੈਰਾ ਕਰਕੇ ਸਾਰਾ ਕੰਮ ਤਾਂ ਕੀਤਾ। ਡੀਜੀਪੀ ਨੇ ਇਹ ਗੱਲ ਵੀ ਕਹੀ ਹੈ ਵੀ ਆਮ ਤੌਰ ਦੇ ਉੱਤੇ ਪੁਲਿਸ ਥਾਣੇ ਜੀ ਤੇ ਮਿਲਟਰੀ ਇੰਸਟਾਲੇਸ਼ਨਸ ਜਿਹੜੀਆਂ ਹੈਗੀਆਂ ਪਹਿਲਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ। ਔਰ ਇੱਥੇ ਜਿਹੜਾ ਹੈਗਾ ਪਹਿਲੀ ਵਾਰੀ ਹੈ ਜਦੋਂ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਹਮਲਾ ਕੀਤਾ ਗਿਆ ਜੀ। ਨਾਲ ਡੀਜੀਪੀ ਹੁਣ ਇਹ ਕਹਿੰਦੇ ਕਿ ਇਹ ਵੀ ਇੱਕ ਕਿਸਮ ਦੀ ਸਮਝ ਲਓ ਵੀ ਤੁਸੀਂ ਆਪਣੀ ਹੋਂਦ ਦਿਖਾਉਣ ਦਾ, ਜਿਸ ਗਰੁੱਪ ਨੇ ਕੀਤਾ ਉਹਨਾਂ ਨੇ ਆਪਣੀ ਹੋਂਦ ਦਿਖਾਉਣ ਦਾ ਇੱਕ ਹੀਆ ਹੀ ਕੀਤਾ ਹੈ ਜੀ। ਕਿਉਂਕਿ ਜਿਸ ਵੇਲੇ ਇਹ ਹਮਲਾ ਕੀਤਾ ਗਿਆ ਉਸ ਵੇਲੇ ਲਗਭਗ ਸਾਰੇ ਆਫੀਸਰ ਇੱਥੋਂ ਚਲੇ ਗਏ ਸੀ ਜੀ। ਹੋਰ ਪਤਾ ਲੱਗਿਆ ਕਿ ਜਿਹੜਾ ਜਗਦੀਪ ਕੰਗ ਹੈ, ਜਗਦੀਪ ਕੰਗ ਕਰਨ ਔਜਲਾ ਕੋਈ ਗਾਇਕ ਹੈ ਜੀ, ਉਹਦਾ ਕਰੀਬੀ ਦੱਸਦੇ ਸ਼ਾਇਦ ਉਹਦੇ ਸਟਾਫ ਦਾ ਕੋਈ ਮੈਂਬਰ ਹੋਵੇ। ਔਰ ਜਾਣਨ ਵਾਲੀ ਸਭ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਵੀ ਬੜੀ ਉੱਭਰ ਕੇ ਆਈ ਹੈ ਕਿ ਜਿਹੜੇ ਗਾਇਕ ਹੈ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ 'ਚ ਇਨਵੋਲਵ ਹੈ ਜੀ। ਇਹੋ ਜਿਹੇ ਮਾਮਲਿਆਂ 'ਚ ਇਨਵੋਲਵ। ਆਪਾਂ ਇਹ ਨਹੀਂ ਕਹਿੰਦੇ ਕਿ ਗਾਇਕ ਜਿਹੜਾ ਇਹ ਰਾਕਟ ਅਟੈਕ ਹੋਇਆ ਜਾਂ ਜਿਹੜਾ ਗ੍ਰੇਨੇਡ ਅਟੈਕ ਹੋਇਆ ਇਹਦੇ ਵਿੱਚ ਸ਼ਾਮਲ ਹੈ, ਲੇਕਿਨ ਜਿਹੜੀ ਇਹਨਾਂ ਦੀ ਕਸ਼ਮਕਸ਼ ਚੱਲਦੀ ਹੈ ਗੈਂਗਸਟਰਾਂ ਦੀ, ਗਾਇਕਾਂ ਦੀ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਆ ਜਾਂਦੀ ਹੈ ਜੀ। ਹੁਣ ਤੁਸੀਂ ਦੇਖੋ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ। ਵਿੱਕੀ ਮਿੱਡੂ ਖੇੜਾ ਦੇ ਮਰਡਰ ਦੇ ਵਿੱਚ ਵੀ ਜੀ ਇੱਕ ਗਾਇਕ ਦੇ ਮੈਨੇਜਰ ਦਾ ਨਾਂ ਆ ਰਿਹਾ ਹੈ। ਵੈਸੇ ਜਿੰਨੇ ਦਿਨ ਲੱਗ ਗਏ ਹੈ ਜੀ, ਪੰਜਾਬ ਪੁਲਿਸ ਦਾ ਡੀਜੀਪੀ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਬੜੀ ਨਾਮਵਰ ਫੋਰਸ ਹੈ ਔਰ ਇਸ ਫੋਰਸ ਨੇ ਟੈਰਰਿਜ਼ਮ ਨੂੰ ਕੰਟਰੋਲ ਕੀਤਾ ਤੇ ਅਸੀਂ ਸਾਰੀਆਂ ਗੱਲਾਂ ਲੱਭ ਲੈਂਦੇ। ਲੇਕਿਨ ਅਜੇ ਤੱਕ ਜਿਹੜੇ ਬੰਦਿਆਂ ਨੇ ਟਾਰਗੇਟ ਕੀਤਾ ਜੀ ਉਹ ਪੁਲਿਸ ਦੇ ਹੱਥ ਨਹੀਂ ਹੈ। ਬਾਕੀ ਅੱਗਾ ਪਿੱਛਾ ਸਾਰਾ ਕੁਝ ਕਹਿੰਦੇ ਆ ਗਿਆ ਹੈ। ਨਿਸ਼ਾਨ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਇਹਨਾਂ ਨੇ ਹਿਰਾਸਤ ਵਿੱਚ ਲਿਆ ਹੋਇਆ ਔਰ ਉਹ ਹਿਰਾਸਤ ਵੀ ਫਰੀਦਕੋਟ ਪੁਲਿਸ ਨੇ ਲਿਆ ਜੀ। ਅਜੇ ਤੱਕ ਮੋਹਾਲੀ ਪੁਲਿਸ ਨੇ ਨਹੀਂ ਲਿਆ। ਇਹ ਵੀ ਡੀਜੀਪੀ ਨੇ ਕਿਹਾ ਕਿ ਅਜੇ ਉਹ ਉਹਨਾਂ ਦੇ ਰਿਮਾਂਡ 'ਚ ਹੈ। ਜਦੋਂ ਫਰੀਦਕੋਟ ਦਾ ਰਿਮਾਂਡ ਖਤਮ ਹੋ ਗਿਆ ਤੇ ਫਿਰ ਮੋਹਾਲੀ ਪੁਲਿਸ ਵੀ ਰਿਮਾਂਡ ਲੈ ਕੇ ਆਊ, ਉਹ ਤੋਂ ਹੋਰ ਪਤਾ ਲੱਗਣਾ ਹੈ। ਔਰ ਇਹ ਨਿਸ਼ਾਨ ਸਿੰਘ ਹੀ ਹੈ ਜਿਹਦੇ ਬਾਰੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਨਿਸ਼ਾਨ ਸਿੰਘ ਨੇ ਹੀ ਜਿਹੜਾ ਉਹ ਹੈਗਾ ਰਾਕਟ ਪ੍ਰੋਪੈਲਡ ਗ੍ਰੇਨੇਡ ਹਾਂ ਉਹ ਇਹਨਾਂ ਨੇ ਸਪਲਾਈ ਕੀਤਾ ਸੀ ਜੀ। ਉਹਦੇ ਕੋਲ ਇਹ ਮਾਮਲਾ ਕਿਵੇਂ ਆਇਆ, ਉਹਨੇ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਮੈਨੂੰ ਕੁਝ ਬੰਦੇ ਆ ਕੇ ਇਹ ਸਮਾਨ ਫੜਾ ਕੇ ਗਏ ਜੀ। ਔਰ ਇਹ ਸਮਾਨ ਜਿਹੜਾ ਹੈ ਆਇਆ ਸੀ ਜੀ, ਇਹ ਰਾਕਟ ਦੇ ਜ਼ਰੀਏ ਆਇਆ ਸੀ। ਕਿ ਇਹਨੂੰ ਕਹਾਂਗੇ ਆਪਾਂ ਆਪਣਾ ਵੀ ਕੋਰੀਅਰ ਕੋਈ ਦੇ ਗਿਆ। ਕੋਰੀਅਰ ਨਹੀਂ ਜੀ, ਕੋਰੀਅਰ ਨਹੀਂ, ਉਹ ਆਪਣਾ ਜਿਹੜਾ ਪਾਕਿਸਤਾਨ ਡਰੋਨ ਦੇ ਜ਼ਰੀਏ ਕਹਿੰਦੇ ਇਹ ਆਇਆ ਸੀ ਔਰ ਦੋ ਹਿੱਸਿਆਂ 'ਚ ਆਇਆ ਸੀ। ਜੇ ਗੱਲ ਦਾਨੇ ਵਾਲੀ ਸਭ ਇੱਥੋਂ ਤੱਕ ਆ ਕਿ ਵੀ ਦੋ ਹਿੱਸਿਆਂ ਦੇ ਵਿੱਚ ਆਇਆ ਮਟੀਰੀਅਲ ਅਲੱਗ ਹੈ, ਇਹਦਾ ਮਤਲਬ ਅਸੈਂਬਲ ਵੀ ਇੱਥੇ ਹੀ ਹੋਇਆ। ਬਿਲਕੁਲ। ਅਸੈਂਬਲ ਹੋਣ ਤੋਂ ਬਾਅਦ ਫਿਰ ਉਹ ਸਾਰਾ ਕੁਝ ਕੀਤਾ ਗਿਆ। ਖੈਰ ਆਪਾਂ ਡਿਟੇਲ ਤਾਂ ਕੱਲ ਪਤਾ ਲੱਗੂ ਆਪਾਂ ਨੂੰ ਕਿ ਕੀ ਆਉਂਦੀ ਹੈ। ਹੁਣ ਤੱਕ ਦੀ ਵੀ ਪੁਲਿਸ ਦਾਅਵੇ ਕਰਦੀ ਹੈ ਕਿ ਅਸੀਂ ਆਹ ਕਰ ਲਿਆ, ਲੇਕਿਨ ਪ੍ਰਾਪਤੀਆਂ ਦੇ ਦਾਅਵੇ ਕੀਤੇ ਜਾਂਦੇ। ਪ੍ਰਾਪਤੀਆਂ ਜ਼ਮੀਨ ਦੇ ਉੱਤੇ ਉਨੀ ਦੇਰ ਤੱਕ ਨਹੀਂ ਅਸੀਂ ਕਹਾਂਗੇ ਵੀ ਦਿਖਣਗੀਆਂ ਜਿੰਨੀ ਦੇਰ ਤੱਕ ਜਿਨ੍ਹਾਂ ਨੇ ਅਟੈਕ ਕੀਤਾ ਹੈ ਉਹ ਬੰਦੇ ਕਾਬੂ ਅਸਲ ਸਾਹਮਣੇ ਨਹੀਂ ਆਉਂਦੇ। ਹਾਂ ਬਿਲਕੁਲ ਜੀ। ਸੋ ਵੈਸੇ ਉਹ ਇੱਕ ਗੱਲ ਕਰੀਏ, ਸਰਕਾਰ ਨੇ ਤਾਂ ਕੱਲ ਬੜੀਆਂ ਹੋਰ ਵੀ ਚੀਜ਼ਾਂ ਫਿਕਸ ਕੀਤੀਆਂ ਨੇ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਅਫਸਰਾਂ ਦੀ ਸਿੱਧੀ ਜਿਹੜੀ ਹੈ ਸ਼ਮੂਲੀਅਤ, ਜੇਕਰ ਕੋਈ ਬਰੀ ਵੀ ਹੁੰਦਾ ਤਾਂ ਉਹਦੀ ਵੀ ਜਾਂਚ ਹੋਊਗੀ, ਕਿਉਂ ਬਰੀ ਹੋਇਆ, ਉਹ ਕਿਵੇਂ ਲੈ ਕੇ ਜਾਂਦੇ। ਨਹੀਂ, ਬਿਮਾਰੀ ਆ ਹੈ ਜਿਹੜੀ ਬਰੀ ਹੋਣ ਵਾਲੀ ਬਿਮਾਰੀ ਹੈ ਨਾ, ਪਹਿਲੀ ਵਾਰੀ ਮੈਂ ਸਮਝਦਾ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੀ ਨਾੜ ਫੜ ਲਈ। ਨਾੜ ਕਿਉਂ ਹੈ? ਆਮ ਤੌਰ ਦੇ ਉੱਤੇ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਜੀ, ਨਸ਼ਿਆਂ ਦਾ ਕਾਰੋਬਾਰ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਸਰਕਾਰੀ ਸਰਪ੍ਰਸਤੀ
ਪੁਲਿਸ ਦੀ ਮਿਲੀ ਭੁਗਤ ਬਗੈਰ ਇਹ ਚੱਲਦਾ ਨਹੀਂ। ਅਸੀਂ ਨਹੀਂ ਕਹਿੰਦੇ ਕਿ ਪੁਲਿਸ ਜਿਹੜੀ ਹੈਗੀ ਸਾਰੀ ਬਹੁਤ ਵਧੀਆ ਬੰਦੇ ਪੁਲਿਸ ਦੇ ਵਿੱਚ ਪਏ ਆ, ਲੇਕਿਨ ਪੁਲਿਸ ਦੇ ਵਿੱਚ ਵੀ ਕੁਝ ਕਾਲੀਆਂ ਭੇਡਾਂ ਹੈਗੀਆਂ ਜਿਵੇਂ ਕਿ ਬਾਕੀ ਸਮਾਜ ਦੇ ਵਿੱਚ ਹੁੰਦੀਆਂ, ਸਾਡੇ ਵਿੱਚ ਵੀ ਹੈਗੀਆਂ, ਮੀਡੀਆ ਦੇ ਵਿੱਚ ਵੀ ਬਹੁਤ ਕਾਲੀਆਂ ਜ਼ਿਆਦਾ। ਭੇਡਾਂ ਹੈਗੀਆਂ। ਉਹ ਲੋਕ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਕੇ ਇਹ ਕਾਰਵਾਈ ਕਰਦੇ। ਜਿਨ੍ਹਾਂ ਦਾ ਨਾਲ ਸਭ ਜਿੰਨੀ ਕਮੇਟੀ ਉਮਰ ਹੈ ਤੇ ਆਪਾਂ ਤਜਰਬਾ ਪੁਲਿਸ ਦਾ ਦੇਖਦੇ ਹਾਂ, ਆਮ ਤੌਰ ਦੇ ਉੱਤੇ ਕੀ ਹੁੰਦਾ ਕਿ ਜਦੋਂ ਨਵਾਂ ਸਾਹਿਬ ਆਉਂਦਾ ਹੈ, ਜੀ ਜਿਵੇਂ ਹੁਣ ਆਪਣੇ ਨਵੇਂ ਐਸਐਸਪੀ ਸਾਹਿਬ ਆਏ, ਨਵੇਂ ਐਸਐਸਪੀ ਸਾਹਿਬ ਦੇ ਆਉਣ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਪੁਰਾਣੇ ਦੀ ਬਦਲੀ ਹੋ ਗਈ, ਨਵੇਂ ਨੇ ਆਉਣੇ। ਉਦੋਂ ਜਿਹੜੇ ਹੈਗੇ ਨੇ ਜਿਹੜੇ ਤੇਜ਼ ਤਰਾਰ ਪੁਲਿਸ ਅਫਸਰ ਹੈਗੇ, ਜੀ ਖਾਸ ਕਰਕੇ ਐਸਐਚਓ ਲੈਵਲ ਦੇ ਬੰਦੇ, ਡੀਐਸਪੀ ਲੈਵਲ ਦੇ ਬੰਦੇ, ਸੀਆਈਆਂ ਦੇ ਇੰਚਾਰਜ, ਉਹਨਾਂ ਦੇ ਕੋਲ ਇੱਕ ਸੈੱਟ ਤਿਆਰ ਹੁੰਦਾ। ਬਿਲਕੁਲ। ਜਦੋਂ ਨਵਾਂ ਅਫਸਰ ਆਉਂਦਾ ਉਹ ਕਹਿੰਦੇ ਆ ਲਓ ਜੀ ਆ ਗਿਆ ਤੇ ਪ੍ਰੈਸ ਕਾਨਫਰੰਸ ਕਰ ਦਿਓ, ਇਹਨਾਂ ਤੋਂ ਆ ਚੀਜ਼ਾਂ ਅਸੀਂ ਬਰਾਮਦ ਕਰਵਾ ਲਈਆਂ। 2-4 ਮੋਟਰਸਾਈਕਲ ਬਰਾਮਦ ਕਰਵਾ ਲਏ, ਸਕੂਟਰ ਕਰਵਾ ਲਏ, ਇੱਕ ਅੱਧਾ ਕੱਟਾ ਪਿਸਤੌਲ ਕਰਾ ਲਿਆ, 2 ਕਾਰਤੂਸ ਹੋ ਗਏ ਨਾਲ। ਫਿਰ ਜੀ ਕੁਛ ਚਿੱਟਾ ਮਿਲ ਗਿਆ ਜੀ, ਇਹਦੇ ਤੋਂ ਆ ਗੋਲੀਆਂ ਮਿਲ ਗਈਆਂ ਜੀ, ਇਹ ਭੁੱਕੀ ਮਿਲ ਗਈ। ਇਸ ਢੰਗ ਦੇ ਨਾਲ ਹਿਸਾਬ ਕਿਤਾਬ ਕਰ ਲੈਂਦੇ। ਆਪਾਂ ਦੇਖਦੇ ਹਾਂ ਜਦੋਂ ਨਵਾਂ ਐਸਐਸਪੀ ਹੁੰਦਾ ਪ੍ਰੈਸ ਮਿਲਣੀ ਕਰਦੇ ਉਹ ਕਹਿੰਦੇ ਆਪਾਂ ਪ੍ਰੈਸ ਮਿਲਣੀ ਕਰਨੀ, ਕੋਈ ਕੰਮ ਤਾਂ ਹੈ ਨਹੀਂ, ਅਜੇ ਤੱਕ ਤਾਂ ਕੁਛ ਕੀਤਾ, ਪਰ ਫਿਰ ਵੀ ਆ ਹੈਗਾ ਕੁਛ ਜਿਹੜਾ ਇਹਨਾਂ ਨੇ ਕੋਈ ਬਰਾਮਦ ਵਗੈਰਾ ਕੀਤਾ ਉਹ ਦੱਸ ਦਿੰਦੇ। ਚਲੋ ਖਬਰ ਉਹਦੇ ਨਾਲ ਹਾਜ਼ਰੀ ਲੱਗ ਜਾਂਦੀ, ਹਾਜ਼ਰੀ ਲੱਗ ਜਾਂਦੀ ਵੀ ਨਵਾਂ ਸਾਹਿਬ ਆ ਗਿਆ ਤੇ ਸਾਰਾ ਕੁਛ ਆ ਗਿਆ। ਹੁਣ ਇਹਦੇ ਜਿੱਦਾਂ ਨਾਲ ਸਭ ਜਿਹੜੇ ਬੰਦੇ ਵੱਡੇ ਪੱਧਰ ਤੇ ਕੰਮ ਕਰਦੇ ਆ, ਵੱਡੇ ਪੱਧਰ ਤੇ ਕੰਮ ਕਰਨ ਵਾਲੇ ਬੰਦੇ ਜਿਹੜੇ ਹੈਗੇ ਆ ਜੀ, ਮੈਂ ਕੁਛ ਇਹੋ ਜਿਹੇ ਬੰਦਿਆਂ ਨੂੰ ਜਾਣਦਾ, ਬਹੁਤ ਸੀਨੀਅਰ ਅਫਸਰਾਂ ਨਾਲ ਮੇਰੀ ਗੱਲ ਵੀ ਹੋਈ ਹੈ ਕਿ ਕੁਝ ਅਜਿਹੇ ਬੰਦੇ ਵੀ ਹੈਗੇ ਆ ਜਿਹੜੇ ਬੰਦੇ ਇਸ ਬਿਜ਼ਨਸ ਦੇ ਵਿੱਚ ਪਏ ਹੋਏ ਨੇ। ਉਹ ਗੋਲੀਆਂ ਦੇ ਵਿੱਚ ਵੀ ਪਏ ਹੈ, ਸਿੰਥੈਟਿਕ ਨਸ਼ੇ ਵਾਲੇ ਮਾਮਲੇ 'ਚ ਵੀ ਪਏ ਹੈ, ਪਹਿਲਾਂ ਭੁੱਕੀ ਤੇ ਅਫੀਮ ਵਾਲੇ ਮਾਮਲੇ 'ਚ ਵੀ ਪਏ ਸੀ। ਹੁਣ ਉਹਨਾਂ ਨੇ ਆਪਣੇ ਨੰਬਰ ਬਣਾਉਣੇ ਜੀ। ਨੰਬਰ ਬਣਾਉਣ ਵਾਸਤੇ ਕੀ ਕਰਦੇ ਆ ਕਿ ਐਸਐਸਪੀ ਨਵਾਂ ਆ ਗਿਆ, ਉਹਨਾਂ ਨੇ ਨਾਲ ਦੀ ਨਾਲ ਕਿਹਾ ਲਓ ਜੀ 20 ਕਿਲੋ ਫੀਮ ਫੜ ਲਈ। 20 ਕਿਲੋ ਫੀਮ ਫੜ ਲਈ, ਜਿਹੜਾ ਸੈਂਪਲ ਭੇਜਣੇ ਜੀ ਤੁਹਾਡਾ ਕੈਮੀਕਲ ਲੈਬਾਰਟਰੀ ਦੇ ਵਿੱਚ ਚੈੱਕ ਟੈਸਟ ਵਾਸਤੇ, ਉਹ ਮਾੜੀ ਭੇਜਤੀ ਜੀ। ਮਾੜੀ ਕੀ ਵੈਸੇ ਹੁੰਦੇ ਤਾਂ ਗੁੜਗੜ ਇਕੱਠਾ ਕੀਤਾ ਹੁੰਦਾ, ਉਹ ਉੱਥੋਂ ਸੈਂਪਲ ਫੇਲ ਹੋ ਜਾਂਦਾ ਤੇ ਮਾਮਲਾ ਖਤਮ ਹੋ ਜਾਂਦਾ। ਕਈ ਵਾਰੀ ਤਾਂ ਇਹ ਹੁੰਦਾ। ਇੰਸਪੈਕਟਰ ਇੰਦਰਜੀਤ ਵਾਲੇ ਮਾਮਲੇ 'ਚ ਵੀ ਇਹੀ ਕੁਛ ਹੋਇਆ ਸੀ। ਜਿਹੜਾ ਹਰਪ੍ਰੀਤ ਸਿੰਘ ਹੋਰਾਂ ਨੇ ਫੜਿਆ ਸੀ, ਉਹਨਾਂ ਨੇ ਸਾਰੀਆਂ ਫਾਈਲਾਂ ਚੱਕੀਆਂ ਸੀ ਜੀ। ਫਾਈਲਾਂ ਚੱਕ ਕੇ ਉਹਨਾਂ ਨੇ ਕਿਹਾ ਸੀ ਕਿ ਆ ਦੱਸੋ ਇਹਨਾਂ ਫਾਈਲਾਂ 'ਚ ਕਿ ਮੇਰੇ ਖਿਆਲ ਮੁਤਾਬਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਹੋਈ ਹੈ ਭਗਵੰਤ ਸਿੰਘ ਮਾਨ ਦੀ, ਉਸ ਮੀਟਿੰਗ ਦੇ ਵਿੱਚ ਇਹ ਜਿਹੜੀ ਹੈਗੀ ਆ ਜਿਹੜੀ ਨਾੜ ਵਾਲੀ ਜਿਹੜੀ ਅਸਲ ਜਿਹੜੀ ਬਿਮਾਰੀ ਹੈ ਕਿ ਬਿਮਾਰੀ ਵੇਖਣੀ ਕਿਵੇਂ, ਨਾੜ ਕਿਵੇਂ ਫੜਨੀ ਹੈ, ਇਹ ਹਰਪ੍ਰੀਤ ਸਿੰਘ ਸਿੱਧੂ ਦੀ ਦਿੱਤੀ ਹੀ ਇਨਪੁਟ ਹੈ ਕਿ ਜੀ ਆਹ ਗੱਲ ਕਰੋ। ਉਦੋਂ ਹਰਪ੍ਰੀਤ ਸਿੱਧੂ ਹੋਰਾਂ ਨੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਫੜੇ ਸੀ। ਉਹਨਾਂ ਨੇ ਜਾ ਕੇ ਫਾਈਲਾਂ ਕੱਢ ਕੇ ਦੇਖੀਆਂ ਕਿ ਕਿੰਨੇ ਬੰਦੇ ਤੋਂ ਕਿੰਨਾ ਮਟੀਰੀਅਲ ਫੜਿਆ ਸੀ, ਤੇ ਉਹ ਮਟੀਰੀਅਲ ਦੇ ਵਿੱਚ ਬਰੀ ਕਿੰਨੇ ਹੋ ਗਏ, ਸਾਰੇ ਬਰੀ ਹੋ ਗਏ ਸੀ, ਸਾਰੇ ਬਰੀ ਹੋ ਗਏ ਸੀ ਉਹ ਪਾਉਂਦੇ। ਹੁਣ ਇੱਥੇ ਜਿਹੜੇ ਹੈਗੇ, ਮੈਂ ਜਿਹਨਾਂ ਬੰਦਿਆਂ ਦੀ ਗੱਲ ਕਰਦਾ ਆਪਣੇ 5-4 ਜ਼ਿਲ੍ਹਿਆਂ ਦੇ ਵਿੱਚ ਉਹ ਹੈਗੇ, ਉਹ ਕੀ ਕਰਦੇ ਆ, ਲਓ ਜੀ ਆ ਫੀਮ ਪਾਤੀ, ਭੁੱਕੀ ਪਾਤੀ, ਸਾਰਾ ਕੁਛ ਪਾਤਾ। ਉਹਨਾਂ ਤੇ ਪਹਿਲੀ ਗੱਲ ਤਾਂ ਨਮੂਨਾ ਫੇਲ ਹੋ ਗਿਆ। ਦੂਜੀ ਗੱਲ ਜੇ ਨਮੂਨਾ ਫੇਲ ਨਾ ਹੋਊਗਾ ਤੇ ਉਹਨਾਂ ਦੀ ਮਰਜ਼ੀ ਦੇ ਗਵਾਹ ਪਾਤੇ, ਆਪ ਹੀ ਗਵਾਹ ਪਾਤੇ। ਉਹਨਾਂ ਗਵਾਹਾਂ ਤੋਂ ਮੁੜ ਕੇ ਜਿਹੜਾ ਹੈਗਾ ਸਟੇਟਮੈਂਟ ਕਰਵਾ ਦੇਣੀ ਹੈ, ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਡਿਫੈਂਡਰ ਹੀ ਕਰਨਾ, ਬੰਦੇ ਬਰੀ ਹੋ ਜਾਣੇ। ਜੇ ਹੁਣ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੇਸਾਂ ਦੀ ਕਨਵਿਕਸ਼ਨ ਰੇਟ ਵੀ ਦੇਖਾਂਗੇ, ਹਾਂ ਉਹ ਇੱਕ ਬਹੁਤ ਵੱਡੀ ਗੱਲ ਹੈ ਵੀ ਫਿਰ ਉਹਦੇ ਚਾਹੇ ਹੁਣ ਫੇਕ ਨਹੀਂ ਪਊਗਾ, ਹੁਣ ਆਪਦੇ ਬੰਦੇ ਨਹੀਂ ਪਵਾਉਣਗੇ, ਫਿਰ ਉਹ ਅਸਲੀਆਂ ਤੇ ਪਾਉਣਾ ਪਊਗਾ, ਉਹਦੇ ਵਿੱਚ ਫਿਰ ਉਹ ਤਿਆਰੀ ਵੀ ਪੂਰੀ ਕਰਨਗੇ, ਕੇਸ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ। ਜਦੋਂ ਕੇਸ ਬਰੀ ਹੁੰਦਾ, ਕੇਸ ਤਾਂ ਬਰੀ ਹੁੰਦਾ ਹੈ ਕਿ ਉਹਦੇ ਵਿੱਚ ਫੜਨ ਵਾਲਾ ਕਮੀ ਪੇਸ਼ੀ ਰੱਖ ਦਿੰਦਾ। ਇਸ ਕਰਕੇ ਵਧੀਆ ਗੱਲ ਕਹੀ ਯਾਰ। ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਰਿਸਪੌਂਸਿਬਿਲਿਟੀ ਫਿਕਸ ਜੀ, ਬਸ ਜਿਸ ਥਾਣੇ ਦੇ ਵਿੱਚ ਇਹ ਕੰਮ ਹੋ ਗਿਆ, ਨਸ਼ਾ ਵਿਕ ਗਿਆ, ਉਹ ਥਾਣੇਦਾਰ ਹੈ ਨਹੀਂ। ਜਿਸ ਜ਼ਿਲ੍ਹੇ ਦੇ ਵਿੱਚ ਇਹ ਕੰਮ ਹੋ ਗਿਆ ਤੇ ਉੱਥੇ ਦਾ ਐਸਐਸਪੀ ਹੈ ਨਹੀਂ, ਔਰ ਉਹਦਾ ਕੰਮ ਹੈ। ਤੁਸੀਂ ਦੇਖੋ ਨਾਲ ਦੀ ਨਾਲ ਹੀ ਕੱਲ ਮੀਟਿੰਗ ਹੋਈ ਹੈ ਤੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਕਿ ਸਾਰੇ ਐਸਐਸਪੀ ਜਿਹੜੇ ਹੈਗੇ ਆਪਣੇ ਮਤਹਿਤਾਂ ਨੂੰ ਉਹ ਦੇਈ ਜਾਂਦੇ ਹਦਾਇਤਾਂ ਲੈ ਕੇ ਆਏ ਉੱਪਰੋਂ। ਉਹਨਾਂ ਹਦਾਇਤਾਂ ਨੂੰ ਮੇਰਾ ਖਿਆਲ ਹੈ ਵੀ ਥੋੜਾ ਜਿਹਾ ਵਾਧੂ ਭਾਰ ਪਾ ਕੇ ਥੋੜਾ ਜਿਹਾ ਜ਼ਿਆਦਾ ਹੀ ਕੀਤਾ ਹੋਣਾ ਵੀ ਭਾਈ ਹੁਣ ਦੇਖ ਲਓ ਹੋਊਗਾ ਕੀ, ਕਿਉਂਕਿ ਕਮਿਟਮੈਂਟ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੁੰਦਾ ਹੈ। ਚਲੋ ਵੈਸੇ ਤਾਂ ਬਿਮਾਰੀ ਬਹੁਤ ਜਿਹੜੀ ਹੈਗੀ ਹੈ ਗ੍ਰਾਸ ਰੂਟ ਲੈਵਲ ਤੱਕ ਫੈਲ ਚੁੱਕੀ ਹੈ। ਕੈਂਸਰ ਨਹੀਂ ਹੁੰਦਾ, ਕੈਂਸਰ ਦੀ ਇੱਕ ਸਟੇਜ ਹੁੰਦੀ ਹੈ, ਪਹਿਲੀ ਸਟੇਜ, ਦੂਜੀ ਸਟੇਜ ਤੇ ਪਤਾ ਲੱਗ ਜਾਂਦਾ। ਤੇ ਕਈ ਵਾਰੀ ਬੰਦੇ ਦੇ ਕੋਲ ਪੈਸਾ ਬਹੁਤ ਹੁੰਦਾ ਹੈ, ਪਰ ਉਹ ਕਹਿੰਦੇ ਭਾਈ ਹੁਣ ਸਟੇਜ ਟੱਪ ਗਈ, ਹੁਣ ਕੈਂਸਰ ਸਾਰੇ ਜਿਸਮ 'ਚ ਫੈਲ ਗਿਆ। ਹੁਣ ਇਸ ਵੇਲੇ ਕੈਂਸਰ ਜਿਹੜਾ ਹੈਗਾ, ਨਸ਼ਿਆਂ ਵਾਲਾ ਕੈਂਸਰ ਪੰਜਾਬ ਦੇ ਲੋਕਾਂ ਦੇ ਜਿਸਮ ਦੇ ਵਿੱਚ ਫੈਲਿਆ ਹੋਇਆ, ਬੁਰੀ ਤਰ੍ਹਾਂ ਸੁਸਾਇਟੀ 'ਚ ਫੈਲਿਆ। ਇਕੱਲਾ ਪੁਲਿਸ ਵਾਲਿਆਂ ਦੇ ਬਸ ਦਾ ਰੋਗ ਨਹੀਂ, ਟੋਟਲ ਸੁਸਾਇਟੀ ਜੇ ਮਿਲ ਕੇ ਕੰਮ ਕਰੂਗੀ। ਅਜੇ ਕਈ ਪੁਲਿਸ ਵਾਲਿਆਂ ਨਾਲ ਵੀ ਗੱਲ ਕਰ ਲਈਏ। ਹੁਣ ਮੈਂ ਪਿੱਛੇ ਜੇ ਗੱਲ ਕਰੇ, ਕਹਿੰਦਾ ਜੀ ਹੁਣ ਕੀ ਕਰੀਏ ਦਾਨੇਲ ਸਾਹਿਬ, 7 ਸਾਲ ਦੇ ਬੱਚੇ ਕਹਿੰਦੇ ਇੱਕ ਚੋਰੀ ਕਰ ਰਹੇ ਸੀ, 7-7 ਸਾਲ ਦੇ 3 ਬੱਚੇ, ਕਹਿੰਦੇ ਨਾ ਤਾਂ ਉਹਨਾਂ ਨੂੰ ਥਾਣੇ ਲਿਆ ਸਕਦੇ ਆ, ਨਾ ਉਹਨਾਂ ਦੇ ਪਰਚਾ ਦੇ ਸਕਦੇ ਆ, ਹੁਣ ਕੀ ਕਰੀਏ? ਨਹੀਂ ਇਹ ਵੀ ਇਹਦੇ ਚ ਚਲੋ ਉਹ ਉਹਨਾਂ ਦੇ ਨਹੀਂ ਪਰਚਾ ਦੇ ਸਕਦੇ, ਜੇ ਪਰਚਾ ਦੇਣਗੇ ਤਾਂ ਜੁਬਲਾਈਨ ਬੋਰਡ ਦੇ ਵਿੱਚ ਜਾਣਗੇ, ਉੱਥੇ ਜਾਣਗੇ। ਦੂਜੀ ਗੱਲ ਹੈ ਕਿ ਵੱਡੀ ਗੱਲ ਇਹ ਹੈ ਕਿ ਜੇ 7 ਸਾਲ ਦੇ ਬੱਚੇ ਚੋਰੀ ਕਰਦੇ ਕਿਉਂ ਕਰਦੇ?
ਇਹ ਨਹੀਂ ਕਿ ਪੁਲਿਸ ਵਾਲੇ ਫੜ ਲੈਣ ਤੇ ਉਹਨੂੰ ਦੇ ਦੇਣ। ਬੱਚੇ ਚੋਰੀ ਕਿਉਂ ਕਰਦੇ ਉਹਦੇ ਪਿੱਛੇ ਜਾਣ ਦੀ ਗੱਲ ਉਹਦੇ ਪਿੱਛੇ ਜਾਣ ਦੀ ਗੱਲ ਹੈ। ਇਹ ਜ਼ਿੰਮੇਵਾਰੀ ਜਿਹੜੀ ਹੈਗੀ ਸੋਸਾਇਟੀ ਦੀ ਹੈ, ਸਟੇਟ ਦੀ ਹੈ। ਇਹ ਸਰਕਾਰ ਸਟੇਟ ਦਾ ਮਤਲਬ ਇਹ ਨਹੀਂ ਕਿ ਭਗਵੰਤ ਸਿੰਘ ਮਾਨ ਸਟੇਟ ਹੈ। ਸਟੇਟ ਦਾ ਮਤਲਬ ਹੈ ਰਾਜ ਪ੍ਰਬੰਧ। ਰਾਜ ਪ੍ਰਬੰਧ ਸੋਚੇ ਕਿ ਬੱਚੇ ਕਿਉਂ ਜਾਂਦੇ। ਹੁਣ ਬੱਚਿਆਂ ਨੂੰ ਤੁਸੀਂ ਕਹਿੰਦੇ ਚਾਈਲਡ ਲੇਬਰ ਨਾ ਕਰੋ। ਚਾਈਲਡ ਲੇਬਰ ਤੁਸੀਂ ਨਹੀਂ ਕਰਨ ਦੇ ਕਾਨੂੰਨ ਹੈਗੇ। ਬੱਚੇ ਭੁੱਖੇ ਮਰਦੇ ਆ, ਉਹਨਾਂ ਦੇ ਮਾਪੇ ਕਈਆਂ ਦੇ ਬਿਮਾਰ ਹੁੰਦੇ ਆ, ਕਈਆਂ ਦੇ ਮਾਪੇ ਹੁੰਦੇ ਹੀ ਨਹੀਂ। ਉਹ ਫਿਰ ਕਿੱਧਰ ਨੂੰ ਜਾਣਗੇ? ਉਹ ਫਿਰ ਚੋਰੀਆਂ ਕਰਨਗੇ। ਬਿਲਕੁਲ ਉਹਦਾ ਇਲਾਜ ਕਰਨਾ ਚਾਹੀਦਾ। ਤੁਸੀਂ ਬਿਮਾਰੀ ਹੈ, ਪਹਿਲਾਂ ਬਿਮਾਰੀ ਨੂੰ ਡਾਇਗਨੋਸ ਕਰੋ। ਸਿਆਣਾ ਡਾਕਟਰ ਇਹ ਹੈ ਕਿ ਵੈਸੇ ਦਵਾਈਆਂ ਤਾਂ ਆਪਾਂ ਕੈਮਿਸਟਰ ਤੋਂ ਵੀ ਲੈ ਸਕਦੇ ਕਿ ਮੈਨੂੰ ਬੁਖਾਰ ਚੜਿਆ ਦੇ ਪੈਰਾਸੀਟਾਮੋਲ ਦੇ ਦੂਗਾ ਉਹ। ਨਾ ਹੀ ਆਪਾਂ ਦੱਸੀਏ ਪੈਰਾਸੀਟਾਮੋਲ, ਜਾ ਕੇ ਦੱਸਾਂਗੇ ਢਿੱਡ ਵੀ ਦੁਖਦਾ, ਬੁਖਾਰ ਵੀ ਦੁਖਦਾ, ਕਾਂਬਾ ਲਾ ਕੇ ਤਾਪ ਚੜਦਾ ਤੇ ਉਹ ਦੇ ਦੂਗਾ ਮਲੇਰੀਆ ਹੋਊਗਾ, ਉਹ ਦੇ ਦੂਗਾ। ਲੇਕਿਨ ਜਿਹੜੀ ਹੈਗੀ ਟ੍ਰੀਟਮੈਂਟ ਨਹੀਂ ਹੈ। ਟ੍ਰੀਟਮੈਂਟ ਤਾਂ ਪੱਕਾ ਉਦੋਂ ਹੋਊਗਾ ਜਦੋਂ ਡਾਇਗਨੋਸ ਕਰੋਗੇ ਬਿਮਾਰੀ ਦੇ ਲੱਛਣ ਕੀ ਹੈ। ਜਿੰਨੀ ਦੇਰ ਤੱਕ ਤੁਸੀਂ ਲੱਛਣਾਂ ਨੂੰ ਫੜ ਕੇ ਲੱਛਣ ਦੂਰ ਨਹੀਂ ਕਰਦੇ ਉਨੀ ਦੇਰ ਨਹੀਂ ਉਹਦਾ ਇਲਾਜ। ਬਿਲਕੁਲ ਬਿਲਕੁਲ। ਤੇ ਢਿੱਲੋਂ ਸਾਹਿਬ ਹੁਣ ਗੱਲ ਕਰ ਲਈਏ, MLA ਦੀਆਂ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਨੇ ਲਗਾਤਾਰ। ਪਹਿਲਾਂ ਬਟਾਲੇ ਵਾਲੇ ਦੀ ਹੋਈ, ਕੱਲ ਪੁੱਚੋ ਵਾਲਿਆਂ ਦੀ ਹੋ ਗਈ, ਅੱਜ ਮੰਤਰੀ ਸਾਹਿਬ ਦੀ ਨੂੰ ਵੀ ਲੋਕ ਜਿਹੜੇ ਨੇ ਸਵਾਲ ਕਰ ਰਹੇ ਨੇ। ਨਹਿਰਾਂ ਟੁੱਟ ਰਹੀਆਂ ਨੇ ਲਗਾਤਾਰ। ਦਾਨੇਲੀਆ ਸਾਹਿਬ ਗੱਲਾਂ ਕਹੀ ਹੈ। ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ 92 MLA ਤੇ 92 MLA ਦੇ ਵਿੱਚੋਂ ਜ਼ਿਆਦਾਤਰ ਉਹ ਹੈ ਜਿਹੜੇ ਪਹਿਲੀ ਵਾਰ 90% ਹੀ ਪਹਿਲੀ ਵਾਰੀ। ਚਲੋ ਜ਼ਿਆਦਾਤਰ ਨਹੀਂ, ਕੁਝ ਹੈਗੇ ਕੁਝ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਉਹ ਤਾਂ ਤਜਰਬੇਕਾਰ ਹੈ ਨਾ। ਹਾਂਜੀ ਭਾਵੇਂ ਬੜੇ ਉਹ ਪਹਿਲੀ ਵਾਰ ਹੁਣ ਉਹਨਾਂ ਨੂੰ ਪਤਾ ਤਜਰਬਾ ਹੈਗਾ, ਉਹਨਾਂ ਕੋਲ ਤਜਰਬਾ, ਇਹਨਾਂ ਕੋਲ ਤਜਰਬਾ ਹੈ ਨਹੀਂ। ਤੇ ਤਜਰਬਾ ਕਈ ਕਿਸਮਾਂ ਦਾ ਵੀ, 4 ਛਿੱਲੜ ਵੀ ਕਮਾਉਣੇ। ਬਿਲਕੁਲ ਉਹ ਕਿਵੇਂ ਕਮਾਉਣੇ ਹੈ ਉਹਦਾ ਵੀ ਤਜਰਬਾ ਹੈ। ਤੇ ਕਈ ਹੁਣ ਜਿਹੜੇ ਹੁਣ ਮੇਰੇ ਵਰਗੇ ਗੈਰ ਤਜਰਬੇਕਾਰ ਆ ਵੀ ਅਸੀਂ ਜਿਹੜਾ MLA ਬਣ ਗਏ ਤੇ 4 ਪੈਸੇ ਚਾਹੀਦੇ, ਉਸ ਕਿਸਮ ਦੀਆਂ ਉਹ ਗੱਲਾਂ। ਮਤਲਬ ਇੱਕ ਤਾਂ ਇਹ ਕਿ MLA ਬਿਲਕੁਲ ਨਵੇਂ ਹੈ ਔਰ ਇਹਨਾਂ ਨੇ ਤੁਸੀਂ ਦੇਖਿਆ ਹੋਣਾ ਇੱਕ ਖਬਰ ਆਪਾਂ ਦੇਖ ਰਹੇ ਸੀ ਕੱਲ ਦੇ ਕਿ ਆਹ ਜਿਹੜਾ ਸੈਸ਼ਨ ਆਉਣਾ ਵਿਧਾਨ ਸਭਾ ਦਾ, ਸੈਸ਼ਨ ਤੋਂ ਪਹਿਲਾਂ ਇਹਨਾਂ MLAs ਨੂੰ ਟ੍ਰੇਨਡ ਕਰਨ ਵਾਸਤੇ ਬਕਾਇਦਾ ਜਿਹੜੇ ਹੈਗੇ ਕੈਂਪ ਲੱਗ ਰਹੇ। ਅੱਛਾ। ਉਹਦੇ ਵਿੱਚ ਜਿਹੜੇ ਹੈਗੇ ਲੋਕ ਸਭਾ ਨਾਲ, ਰਾਜ ਸਭਾ ਨਾਲ ਸੰਬੰਧਿਤ ਜਿਹੜੇ ਅਫਸਰ ਆ, ਪੁਰਾਣੇ ਅਫਸਰ ਆ, ਉਹਨਾਂ ਨੂੰ ਬੁਲਾਇਆ ਜਾਊਗਾ। ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਦੱਸਿਆ ਜਾਊ ਕਿ ਭਾਈ ਤੁਸੀਂ ਆਪਣਾ ਕਾਰ ਵਿਹਾਰ ਕਿਵੇਂ ਚਲਾਉਣਾ ਹੈ, ਤੁਹਾਡੀਆਂ ਡਿਊਟੀਆਂ ਕੀ ਹੈ, ਤੁਹਾਡੇ ਫਰਜ਼ ਕੀ ਹੈ, ਤੁਹਾਡੇ ਰਾਈਟ ਕੀ ਹੈ, ਇਹ ਸਾਰਾ ਕੁਝ। ਹੁਣ ਮਾਫ ਕਰਨਾ, ਬਹੁਤੇ MLA ਨੂੰ ਤਾਂ ਇਹ ਨਹੀਂ ਪਤਾ ਕਿ ਉਹਨਾਂ ਦੀ ਡਿਊਟੀ ਕੀ ਹੈ, ਫਰਜ਼ ਕੀ ਹੈ। ਉਹਨਾਂ ਦੀ ਡਿਊਟੀ ਜਿਹੜੀ ਹੈਗੀ, ਉਹਨਾਂ ਦੀ ਡਿਊਟੀ ਹੈ ਕਾਨੂੰਨ ਬਣਾਉਣੇ। ਉਹਨਾਂ ਦੀ ਡਿਊਟੀ ਹੈ ਕਿ ਸਰਕਾਰ ਨੂੰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਸੰਬੰਧਿਤ ਸਵਾਲ ਪੁੱਛਣੇ ਕਿ ਆਹ ਗੱਲ ਹੈ ਜੀ, ਇਹਦਾ ਸਵਾਲ ਦਾ ਜਵਾਬ ਦਿਓ, ਤੁਸੀਂ ਇਹਦਾ ਇਲਾਜ ਕਿਵੇਂ ਕਰੋਗੇ। ਉਹਨਾਂ ਦਾ ਕੰਮ ਥਾਣੇਦਾਰ ਲਵਾਉਣਾ ਨਹੀਂ, ਉਹਨਾਂ ਦਾ ਕੰਮ ਡਿਪਟੀ ਜਾਂ SSP ਲਵਾਉਣਾ ਨਹੀਂ। ਪਰ ਇਸ ਗੱਲ ਤੋਂ ਵੀ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਜਿਹੜੀ ਪਿਛਲੇ ਲੰਬੇ ਸਮੇਂ ਦੀ ਬਿਮਾਰੀ ਹੈ, ਉਹ ਬਿਮਾਰੀ ਨੂੰ ਇੱਕਦਮ ਤੁਸੀਂ ਖਤਮ ਨਹੀਂ ਕਰ ਸਕਦੇ। ਬਿਲਕੁਲ। ਤੁਸੀਂ ਦੇਖੋ ਕਿ ਸਰਕਾਰ ਬਣਨ ਤੋਂ ਪਹਿਲਾਂ ਬਣ ਗਈ ਸੀ, ਮੇਰਾ ਖਿਆਲ ਸ਼ਾਇਦ ਸਹੁੰ ਚੁੱਕਲੀ ਸੀ। ਮੋਹਾਲੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ MLA ਦੀ, ਕੇਜਰੀਵਾਲ ਸਾਹਿਬ ਵੀ ਉਹਦੇ ਚ ਆਉਂਦੇ ਤੇ ਭਗਵੰਤ ਸਿੰਘ ਮਾਨ ਸਾਹਿਬ ਵੀ ਹੈ। ਉਹ ਸਾਫ਼ ਕਹਿੰਦੇ MLA ਨੂੰ ਕਿ ਤੁਸੀਂ ਬਦਲੀਆਂ ਵਗੈਰਾ ਨਹੀਂ ਕੁਛ ਕਰਾਉਣੀਆਂ, ਚੰਡੀਗੜ੍ਹ ਆਉਣ ਦੀ ਲੋੜ ਨਹੀਂ ਤੇ ਥੱਲੇ ਕੰਮ ਕਰੋ। ਥੱਲੇ ਕੰਮ ਕੀ ਕਰੋ? ਉਹ ਥੱਲੇ ਕੰਮ ਕਰਨ ਵਾਲੇ ਉਹ ਕਹਿੰਦੇ ਜੀ ਰੇਡਾਂ ਸ਼ੁਰੂ ਕਰਤੀਆਂ ਸੀ। ਰੇਡਾਂ ਵੀ ਉਹਨਾਂ ਦਾ ਕੰਮ ਨਹੀਂ ਨਾ, ਚੈਕਿੰਗ ਵੀ ਨਹੀਂ ਕਰ ਸਕਦੇ। ਰੇਡ ਤਾਂ ਵਰਡ ਵੈਸੇ ਹੀ ਗਲਤ ਹੈ। ਸ਼ਬਦ ਜਿਹੜੇ ਛਾਪੇ ਹੈ, ਛਾਪੇ ਤਾਂ ਪੁਲਿਸ ਮਾਰਦੀ ਹੈ ਜਾਂ ਪ੍ਰਸ਼ਾਸਨ ਈਡੀ ਮਾਰਦੀ ਹੁੰਦੀ ਹੈ ਜਾਂ ਕਿਤੇ ਕੋਈ ਪ੍ਰਸ਼ਾਸਨ DC ਹੋ ਗਿਆ, ਪ੍ਰਸ਼ਾਸਨ ਜਿਹਦੇ ਕੋਲੇ ਮੈਜਿਸਟ੍ਰੇਟੀਅਲ ਪਾਵਰਾਂ ਹੈਗੀਆਂ। ਜਿਹੜੇ ਲਾ ਮੇਕਰ ਆ, ਕਾਨੂੰਨ ਬਣਾਉਣ ਵਾਲੇ ਛਾਪੇ ਮਾਰਨ, ਇਹ ਗੱਲ ਨਹੀਂ ਹੁੰਦੀ। ਉਹਨਾਂ ਨੂੰ ਉਸ ਪਾਸੇ ਨੂੰ ਤੋਰਤਾ। ਹੁਣ ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੂੰ ਪਤਾ ਨਹੀਂ ਕੁਝ ਕਿਵੇਂ ਕੀ ਕਰਨਾ। ਇੱਕ ਤਾਂ ਤੁਸੀਂ ਮਾਈ ਸਰਖਾਨੇ ਵਾਲੇ MLA ਦਾ ਆਪਾਂ ਦੇਖ ਹੀ ਲਿਆ ਸੀ, ਮੌੜ ਵਾਲੇ ਦਾ। ਉਹਦਾ ਜਿਹੜਾ ਹੈਗਾ ਆਪਣੇ ਪਿੰਡ ਦਾ ਸਰਪੰਚ ਹੈ, ਜਿਹੜਾ ਉਹ ਪੈਟਰੋਲ ਦੀ ਬੋਤਲ ਲੈ ਕੇ ਦੁਹੱਥੀਆਂ ਮਾਰ ਪਿੱਟੇ ਹੋਇਆ ਹੋ ਗਿਆ ਸੀ। ਹੁਣ ਉਹ ਜਿਹੜਾ ਹੈਗਾ ਜਿਹੜਾ ਕੰਮ ਉਹਨਾਂ ਦਾ। ਦੂਜੀ ਗੱਲ ਹੈ ਕਿ ਹੁਣ ਜਿਵੇਂ ਅਕਾਲੀ ਦਲ ਦੇ ਬੰਦੇ, ਅਕਾਲੀ ਦਲ ਦੇ ਜਿਹੜਾ ਰਾਜ ਭਾਗ ਹੁੰਦਾ ਸੀ, ਉਹਨਾਂ ਦੇ ਭਾਈ ਪਿੰਡ ਵਾਲੇ ਜਥੇਦਾਰ ਦੀ ਵੀ ਚੱਲਦੀ ਹੁੰਦੀ ਸੀ। ਬਿਲਕੁਲ ਕਿ ਜੀ ਆ ਬੱਲੂਆਣਾ ਪਿੰਡ ਹੈ, ਬੱਲੂਆਣੇ ਪਿੰਡ ਦਾ ਉਹ ਕੁਝ ਪੁਲਿਸ ਦੇ ਵਿੱਚ ਜੇ ਕੋਈ ਕੇਸ ਗਿਆ, ਉਹ ਕੇਸ ਤਾਂ ਹੋਊਗਾ ਕੀ, ਉਹ ਹੈ ਕਿ ਜਿਹੜਾ ਉੱਥੋਂ ਦਾ ਹੈਗਾ ਨਾ ਸਾਡਾ ਵਰਕਰ ਉਹ ਵਰਕਰ ਤੁਹਾਨੂੰ ਦੱਸੂਗਾ SHO ਸਾਹਿਬ ਕਿ ਤੁਸੀਂ ਕੀ ਕਰਨਾ, ਫਿਰ ਤੁਸੀਂ ਉਹਦੇ ਮੁਤਾਬਕ ਕਰ ਰਹੇ। ਕਾਂਗਰਸ ਦੇ ਜ਼ਮਾਨੇ 'ਚ ਵੀ ਇਹੀ ਕੁਛ ਹੁੰਦਾ ਰਿਹਾ। ਹੁਣ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਭਾਵੇਂ ਉਹ ਕਹਿੰਦੇ ਕਿ ਅਸੀਂ ਬਦਲਾ ਲੈ ਕੇ ਆਏ ਹਾਂ, ਸਮਾਜ ਤਾਂ ਨਹੀਂ ਨਾ ਹਲੇ ਬਦਲਿਆ, ਸਿਸਟਮ ਹਾਲੇ ਬਦਲਿਆ ਨਹੀਂ। ਉਹ ਕਹਿੰਦੇ ਯਾਰ ਜਿਵੇਂ ਅਕਾਲੀਆਂ ਦੀ ਚੱਲਦੀ ਸੀ, ਕਾਂਗਰਸ ਸਾਡੀ ਵੀ ਉਵੇਂ ਚੱਲੇ, ਸਾਡੀ ਕਿਉਂ ਨਹੀਂ ਚੱਲਦੀ। ਉਹ ਚਲਾਉਣ ਵਾਲੀ ਗੱਲ ਆ ਕਿ ਹੁਣ ਤੁਸੀਂ ਦੇਖੋ ਕਿ ਉਹ ਮੁੰਡਾ ਜਿਹੜਾ ਸ਼ਹਿਰੀ ਹੈ ਬਟਾਲੇ ਤੋਂ MLA, ਉਹ ਬੰਦੇ ਦੀ ਹੁਣ ਸਥਿਤੀ ਕੀ ਹੈ ਤੇ ਉੱਥੇ ਪੁਲਿਸ ਵਾਲਿਆਂ ਦੀ ਦੇਖਣ ਲੱਗੇ ਵੀ ਉਹਨਾਂ ਦਾ ਕੋਈ ਬੰਦਾ ਜਾ ਰਿਹਾ ਹੈ। ਪੁਲਿਸ ਵਾਲਿਆਂ ਨੇ ਰੋਕ ਲਿਆ, ਭਾਈ ਤੇਰੇ ਕਾਗਜ਼ ਪੱਤਰ ਦਿਖਾ। ਉਹਦੇ ਕੋਲ ਕੋਈ ਬਾਈਕ, ਸਕੂਟਰ, ਮੋਟਰਸਾਈਕਲ, ਕਾਰ ਹੋਊਗੀ। ਉਹ ਕਹਿੰਦਾ ਯਾਰ ਮੈਂ ਤਾਂ ਸ਼ਹਿਰੀ ਹੋਰਾਂ ਦਾ ਬੰਦਾ MLA ਦਾ। ਉਹ ਕਹਿੰਦਾ ਭਾਈ ਸਾਹਿਬ ਕਾਗਜ਼ ਪੱਤਰ ਦਿਖਾ ਤੇ ਸਾਰੀ ਗੱਲ ਕਰ। ਉਹਨੇ ਟੈਲੀਫੋਨ ਕੀਤਾ MLA ਨੂੰ, ਟੈਲੀਫੋਨ ਕੀਤਾ ਵੀ MLA ਸਾਹਿਬ ਆ ਗੱਲ। MLA ਸਾਹਿਬ ਨੇ ਥਾਣੇਦਾਰ ਨੂੰ ਫੋਨ ਕਰਤਾ ਵੀ ਥਾਣੇਦਾਰ ਸਾਹਿਬ, ਤੇ ਥਾਣੇਦਾਰ ਫੇਰ ਨਾ ਮੰਨੇ। ਦਾਨੇਲੀਆ ਸਰ ਇਹ ਤਾਂ ਧੱਕਾ ਹੈ।
ਭਗਵੰਤ ਮਾਨ ਦੀ ਮੰਨੀ ਜਾਵੇ ਜੀ। ਅੱਜ ਮੈਨੂੰ ਵੈਸੇ ਮਾਫ ਕਰਨਾ, ਆਪਾਂ ਪਰਿਵਾਰਕ ਮਾਮਲੇ 'ਚ ਜਾਣੇ ਨਹੀਂ ਚਾਹੁੰਦੇ ਹੁੰਦੇ। ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਪਰਿਵਾਰ ਦੇ ਉੱਤੇ ਜਾਤੀ ਹਮਲਾ ਕੀਤਾ ਸੀ ਨਵਜੋਤ ਸਿੰਘ ਸਿੱਧੂ ਨੇ। ਉਹ ਬਹੁਤ ਗਲਤ, ਉਹ ਬਹੁਤ ਗਲਤ ਸੀ। ਪਰ ਉਹਨਾਂ ਨੇ ਕਿਹਾ ਸੀ ਜੀ ਦੇਖੋ ਉਹਨਾਂ ਦੀ ਸਿਸਟਰ ਨੂੰ, ਮਾਤਾ ਨੂੰ ਉਹ ਕਿਉਂ ਸਿਕਿਉਰਿਟੀ ਦੇ ਦਿੱਤੀ, ਉਹ ਚੀਫ ਮਿਨਿਸਟਰ ਦੀ ਫੈਮਿਲੀ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ। ਹੁਣ ਮੰਨ ਲਓ ਚੀਫ ਮਿਨਿਸਟਰ ਦੀ ਫੈਮਿਲੀ ਦਾ ਕੋਈ ਬੰਦਾ ਕਿਡਨੈਪ ਹੋ ਜੇ, ਨਹੀਂ ਕਿਡਨੈਪ ਹੀ ਹੋ ਜੇ, ਉਹ ਥਾਣੇ ਜਾਂਦਾ ਹੈ ਤੇ ਉਹਦੀ ਕੋਈ ਥਾਣੇ 'ਚ ਸੁਣੇ ਨਾ, ਇਹ ਸੰਭਵ ਹੈ? ਨਹੀਂ। ਉਹ ਟੈਲੀਫੋਨ ਕਰੇ ਨਹੀਂ ਸਮਝ, ਤੇ ਫਿਰ ਐਮਐਲਏ ਦੀ ਕਿਉਂ ਨਹੀਂ ਸੁਣਵਾਈ ਹੁੰਦੀ ਯਾਰ? ਇਹ ਵੀ ਵੱਡੀ ਗੱਲ ਹੈ। ਇਹ ਹੁਣ ਇਹ ਚੀਜ਼ਾਂ ਨਾ ਦੇਖਣ ਵਾਲੀ ਗੱਲ ਹੈ ਵੀ ਤੁਸੀਂ ਇਹਨੂੰ ਉਵੇਂ ਜਿਵੇਂ ਆਪਾਂ ਚਾਬੀ ਭਰ ਦਿੰਦੇ ਆ ਖਿਡੌਣੇ ਨੂੰ, ਚਾਬੀ ਨਹੀਂ ਨਾ ਭਰ ਕੇ ਤੁਰ ਸਕਦੇ। ਆਫਟਰ ਆਲ ਉਹ ਵੀ ਤਾਂ ਮਨੁੱਖ ਹੈ। ਉਹਨਾਂ ਤੋਂ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਜਵਾਬ ਉਹਨਾਂ ਦਾ ਵੀ ਜਵਾਬ ਉਹ ਆਦੇ ਜੀ ਸਾਡਾ 10 ਕੰਮ ਕਰਾਓ। ਹੁਣ ਜਿਹਨੇ ਬੰਦੇ ਨੇ ਵੋਟਾਂ ਪਾਈਆਂ ਨੂੰ ਖਿੱਚ ਕੇ ਲਿਆਂਦੀਆਂ, ਭਗਵੰਤ ਮਾਨ ਉਹਨਾਂ ਦੀ ਤੁਸੀਂ ਆਪਦੀ ਗੱਲ ਦੇਖੋ ਕੱਢ ਕੇ। ਇਹਨਾਂ ਦੀ ਇੱਕ ਪੁਰਾਣੀ ਜਿਹੜੀ ਹੈਗੀ ਆ ਕਮੇਡੀ ਹੈ ਕਿ ਐਮਐਲਏ ਸਾਹਿਬ ਮੇਰਾ ਮੁੰਡੇ ਨੂੰ ਨੌਕਰੀ ਦਵਾ ਦਿਓ, ਉਹਦਾ ਵੀ ਐ ਤਾਂ ਨੌਕਰੀ ਲੱਤ ਵੱਢ ਦਿੰਦੇ ਆ। ਫਿਰ ਆਪਾਂ ਐਲਐਮਐਸ ਫਿਰ ਆਪਾਂ ਆ ਕਰ ਲੈਂਦੇ, ਅੰਗਹੀਨ ਚਾਹੀਦਾ ਤਾਂ ਫਿਰ ਆਪਾਂ ਮੁੰਡੇ ਦੀ ਲੱਤ ਵੱਢ ਲੈਂਦੇ। ਹੁਣ ਉਹ ਚੀਜ਼ਾਂ ਜਿਹੜੀਆਂ ਭਗਵੰਤ ਸਿੰਘ ਮਾਨ ਹੁਣ ਕਮੇਡੀ 'ਚ ਨਹੀਂ, ਹੁਣ ਉਹ ਪਾਵਰ 'ਚ ਹੈ। ਉਹਨੂੰ ਨਾਲੇ ਦੇਖਣਾ ਚਾਹੀਦਾ ਕਿ ਐਲਐਮਐਲਏ ਸਾਹਿਬ ਦੇ ਜਿਹੜੇ ਭਾਈ ਹੱਕ ਜੇ ਹੈਗੇ ਫਿਰ ਉਹਨੇ ਦਾ ਡਿਲੂਸ਼ਨ ਆਫ ਪਾਵਰਸ ਦਾ ਕਰੋ ਨਾ, ਉਹਨੇ ਤਾਂ ਉਹਨਾਂ ਨੂੰ ਚਾਹੀਦੇ ਆ ਨਾ। ਤੇ ਜੇ ਹੁਣ ਉਹ ਜਾ ਕੇ ਲੜਨ ਭਿੜਨਗੇ, ਉਹਨੂੰ ਜੇ ਬਟਾਲੇ ਵਾਲਾ ਐਮਐਲਏ ਡੀਐਸਪੀ ਨਾਲ ਤੇ ਐਸਐਚਓ ਨਾਲ ਕਹਿੰਦਾ ਯਾਰ ਤੁਸੀਂ ਮੇਰੇ ਬੰਦੇ ਨੂੰ ਫੜੀ ਜਾਂਦੇ ਹੋ, ਜੇ ਤੁਹਾਨੂੰ ਦੱਸਦੇ ਕਿ ਅਸੀਂ ਸ਼ਹਿਰੀ ਦੇ ਬੰਦੇ ਤੇ ਸ਼ਹਿਰੀ ਦੇ ਬੰਦੇ ਨੂੰ ਕਿਉਂ ਫੜਦੇ ਹੋ? ਚਲੋ ਫੜਾਈ ਕਰਨੀ ਉਹਨੇ ਆਪਦੀ ਥਾਂ ਦੇ ਉੱਤੇ, ਪਰ ਥੋੜੀ ਜਿਹੀ ਲਿਹਾਜ਼ ਤਾਂ ਕਰ ਦਿਓ। ਚਲ ਇੰਨੀ ਕਰ ਲੈਣ ਵੀ ਲਓ ਜੀ ਐਮਐਲਏ ਸਾਹਿਬ ਐਤਕੀ ਤੁਹਾਡੇ ਕਹੇ ਤੇ ਅਸੀਂ ਛੱਡ ਰਹੇ ਹਾਂ, ਪਏ ਕਾਗਜ਼ ਪੱਤਰਾਂ ਦੇ ਕੋਲੇ ਰੱਖਿਆ ਕਰ ਲੈ ਭਾਈ, ਨਗਦਾ ਡੱਬਾ ਦਿਖਾ ਜੀ। ਇੰਨਾ ਤੇ ਜੇ ਹੁਣ ਉਹ ਕਹਿ ਦੇਣ ਜੀ ਭਗਵੰਤ ਸਿੰਘ ਮਾਨ ਨੇ ਕਿਹਾ, ਥੋੜੀ ਤਾਂ ਗੱਲ ਨਹੀਂ ਮੇਰੀ ਯਾਦ ਆਉਂਦੀ ਆ, ਧੀਮਾਨ ਸਾਹਿਬ ਆ ਨਾ ਸੁਰਜੀਤ ਸਿੰਘ ਧੀਮਾਨ ਜਿਹੜੇ ਦਿਨਵੇ ਤੋਂ ਐਮਐਲਏ ਹੁੰਦੇ ਸੀ, ਇਹਨਾਂ ਨਾਲ ਹੋਈ ਹੈ ਇੱਕ ਵਾਰੀ। ਅੱਛਾ ਜੀ। ਅੱਜ ਕੱਲ ਤੁਹਾਨੂੰ ਪਤਾ ਨਾ ਵੀ ਉਹ ਵੈਸੇ ਤਾਂ ਨਾਰਾਜ਼ ਸਾਰਿਆਂ ਤੋਂ ਹੀ ਆ, ਪਰ ਕੈਪਟਨ ਅਮਰਿੰਦਰ ਸਿੰਘ ਤੋਂ ਪਾਲੇ ਨਾਰਾਜ਼ ਹੋ ਗਏ ਸੀ ਜੀ, ਤੇ ਉਹ ਐਮਐਲਏ ਬਣ ਗਏ। ਜਦੋਂ ਪਹਿਲੀ ਸਰਕਾਰ ਬਣੀ 2002 ਤੋਂ 2007 ਵਾਲੀ, ਤੇ ਕਿਸੇ ਥਾਣੇਦਾਰ ਨਾਲ ਐਂ ਪੇਚਾ ਪੈ ਗਿਆ ਜੀ, ਤੇ ਧੀਮਾਨ ਸਾਹਿਬ ਨੇ ਫੇਰ ਕੇ ਮੁੱਛਾਂ ਤੇ ਹੱਥ ਕਹਿੰਦੇ ਵੀ ਚੱਲਿਆ ਮੈਂ ਮੁੱਖ ਮੰਤਰੀ ਕੋਲੇ, ਹੁਣ ਤੇਰੇ ਕੱਢੂ ਰਗੜੇ। ਤੇ ਹੱਸ ਪਿਆ ਥਾਣੇਦਾਰ, ਕਹਿੰਦਾ ਕੀ ਕਰ ਲੇਗਾ, ਜਾ ਜਾਂਦਾ ਰਹੇ ਜੀ। ਕਹਿੰਦਾ ਕੀ ਕਰ ਲੇਗਾ, 6 ਮਹੀਨੇ ਤੈਨੂੰ ਮੁੱਖ ਮੰਤਰੀ ਨਹੀਂ ਮਿਲਦਾ, ਤੇ 6 ਮਹੀਨੇ ਨੂੰ ਮੇਰਾ ਟਾਈਮ ਪੂਰਾ ਹੋ ਜੀ, ਬਦਲੀ ਮੇਰੀ ਵੈਸੀ ਹੋਣੀ, ਕਰੇਗਾ ਕੀ? ਹੁਣ ਇੱਥੇ ਭਾਵੇਂ ਉਹ ਗੱਲ ਤਾਂ ਨਹੀਂ, ਭਗਵੰਤ ਸਿੰਘ ਮਾਨ ਮਿਲਦਾ ਤਾਂ ਸਾਰਿਆਂ ਨੂੰ ਹੈ। ਫੋਟੋਆਂ ਆਉਂਦੀਆਂ, ਅੱਜ ਵੇਖੀ ਸੀ ਆਪਾਂ ਵੀ ਉਸ ਨਸ਼ਿਆਂ ਦੇ ਮੁੱਦੇ ਤੇ ਗੱਲ ਕਰ ਰਹੇ ਸੀ, ਗੁਰਦੇਵ ਸੇਖੋਂ ਵੀ ਨਾਲ ਬੈਠੇ। ਪਰ ਗੱਲ ਇਹ ਹੈ ਵੀ ਜਿਹੜੇ ਹੁਣ ਐਮਐਲਏ ਦੀ ਕੋਈ ਮਾੜੀ ਮੋਟੀ ਜਿਹੜੀ ਹੈ ਸੁਣਵਾਈ ਤਾਂ ਹੋਵੇ ਨਾ ਜੀ। ਬਿਲਕੁਲ। ਉਹਨਾਂ ਦੀ ਇੱਜ਼ਤ ਮਾਨ ਇੱਕ ਬਤੌਰ ਲੈਜਿਸਲੇਟਰ ਹੈ, ਉਹਦੀ ਇੱਜ਼ਤ ਮਾਨ ਵੀ ਯਾਰ ਚਲੋ ਕੋਈ ਗੱਲ ਨਹੀਂ ਕਹਿ ਸੁਣਦੇ, ਇਸ ਕਰਕੇ ਹੈ ਜੀ। ਹੁਣ ਚਾਹੇ ਤੁਸੀਂ ਇਹਦੀ ਲੈ ਲਓ ਆਪਣੇ ਦੀ ਮਾਸਟਰ ਜਗੀਰ ਸਿੰਘ ਦੀ, ਜਗਸੀਰ ਸਿੰਘ ਦੀ, ਮਾਸਟਰ ਜਗਸੀਰ ਸਿੰਘ ਦੇ ਬਾਰੇ ਪਾਤਾ ਜੀ ਰੌਲਾ ਕੱਲ। ਉਹ ਇੱਕ ਠੇਕੇਦਾਰ ਹੈ ਜੀ, ਜਿਹੜਾ ਬੰਦਾ ਠੇਕੇਦਾਰ ਹੈ, ਕਾਹਦਾ ਠੇਕੇਦਾਰ ਹੈ? ਉਹ ਢੋਆ ਦਾ ਠੇਕੇਦਾਰ ਹੈ। ਮੇਰੇ ਖਿਆਲ ਇਹਦੇ ਤੇ ਸਪੈਸ਼ਲ ਲੱਗਦੀ। ਉਹ ਕਹਿੰਦੇ ਜੀ ਮੇਰੇ ਕੋਲ ਕਿਸੇ ਆੜਤੀਏ ਨੇ ਪੈਸੇ ਮੰਗ ਲਏ। ਫਿਰ ਉਹ ਕਹਿੰਦੇ ਜੀ ਯਾਰ ਪੈਸੇ ਨਹੀਂ ਅਸੀਂ ਦੇ ਸਕੇ, 60 ਲੱਖ ਰੁਪਈਆ 50 ਲੱਖ ਰੁਪਈਆ ਕੁਛ ਇਹੋ ਜਿਹੀ ਗੱਲ ਕਹੀ ਜਾਂਦਾ ਸੀ। ਬਾਅਦ ਦੇ ਵਿੱਚ ਕਹਿੰਦੇ ਜੀ ਸਾਡੇ ਪੁਲਿਸ ਵਾਲੇ ਨੇ ਸਾਡੇ ਟਰੱਕ ਘੇਰ ਲਏ। ਉਹ ਕਹਿੰਦੇ ਅਸੀਂ ਸਪੀਡ ਚੈੱਕ ਕਰਨੀ ਹੈ। ਉਹ ਕਹਿੰਦੇ ਮਾਸਟਰ ਜੀ ਕਹਿੰਦੇ ਵੀ ਉਹ ਵੀ ਜਾ ਕੇ ਆਏ ਸੀ ਕਿਸ ਪਾਸੋਂ, ਉਹ ਵਾਪਸ ਮੁੜਦੇ ਕਹਿੰਦੇ ਯਾਰ ਕੀ ਗੱਲ ਹੋ ਗਈ? ਤੇ ਉੱਥੇ ਜੋ ਤੁਹਾਡੇ ਮੇਰੇ ਅਰਗੇ ਪਏ ਹਲੋ ਕਰਕੇ ਤੇ ਉਹ ਇੱਕ ਕਿਸਮ ਦੀ ਬੇਇੱਜ਼ਤ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਤੋਏ ਹੋਣ ਲੱਗੀ। ਫਿਰ ਉਹਨੂੰ ਅੱਗੇ ਆਪਦੀ ਵੀਡੀਓ ਪਾਉਣੀ ਪਈ, ਯਾਰ ਮੇਰਾ ਕੋਈ ਕਸੂਰ ਨਹੀਂ ਹੈ ਜੀ। ਪਰ ਗੱਲ ਹੈ ਵੀ ਕਸੂਰ ਹੈ ਨਹੀਂ ਕੋਈ, ਇਹਦੇ ਨਾਲ ਜਿਹੜੇ ਲੋਕਾਂ ਨੂੰ ਤੁਸੀਂ ਚਸਕਾ ਲਾਤਾ। ਇੱਕ ਇਹ ਗੱਲ ਕਹਿਦੀ ਨਾ ਕਿ ਬਦਲਾਅ ਹੋ ਗਿਆ, ਵੀਡੀਓ ਬਣਾਓ ਤੇ ਪਾਓ, ਤੁਸੀਂ ਆਪ ਹੀ ਦੱਸਤਾ ਵੀ ਵੀਡੀਓ ਪਾ ਅਗਲੇ ਨੂੰ ਬਦਨਾਮ ਕਰਦੇ। ਹੁਣ ਵੀਡੀਓ ਤਾਂ ਵਾਪਸ ਨਹੀਂ ਹੁੰਦੀ, ਕਾਨੂੰਨ ਜਿਹੜਾ ਆਈਟੀ ਉਹਦੇ ਚ ਕੁਝ ਬਣਦਾ ਨਹੀਂਗਾ, ਉਹ ਹੋ ਗਈ। ਆ ਜਿਹੜੀ ਹੁਣ ਇਸ ਕਿਸਮ ਦੀਆਂ ਗੱਲਾਂ ਬਾਤਾਂ ਹੁੰਦੀਆਂ, ਤਾਂ ਜਾਣੇ ਵਾਲੀਆਂ ਕਰਾਂਗੇ ਕੀ? ਅੱਜ ਉਹ ਥਾਂਦੇ ਵਾਲੇ ਤੁਹਾਨੂੰ ਪਤਾ ਨਹਿਰਾਂ ਤੀਜੀ ਚੌਥੀ ਵਾਰੀ ਟੁੱਟ ਗਈਆਂ ਢਿੱਲੋਂ ਸਾਹਿਬ। ਹਾਂਜੀ, ਤਬਾਹ ਹੋ ਗਿਆ ਸਾਰਾ ਇਲਾਕਾ। ਆਪਣੇ ਹਬੂਰ ਏਰੀਏ ਦੇ ਬਾਗ, ਅੱਜ ਪਾਪਾ ਜੀ ਦਾ ਫੋਨ ਆਇਆ, ਕਹਿੰਦੇ ਬਾਗ ਤਾਂ ਐਨ ਮਰ ਗਏ, ਕਹਿੰਦੇ ਮਰਨੀ ਸੀ, ਡਿੱਗ ਪਏ, ਕਹਿੰਦੇ ਪਾਣੀ ਨਹੀਂ ਮਿਲਿਆ, ਨਰਮੇ ਦੀ ਬਿਜਾਈ ਨਹੀਂ ਗਈ, ਲੋਕਾਂ ਦੇ ਘਰੇ ਵੀ ਰੱਖੇ ਰਹਿ ਗਏ। ਰਾਜਸਥਾਨ ਦੇ ਵਿੱਚ ਪਾਣੀ ਦੀ ਕਿੱਲਤ ਆ ਗਈ, ਉਧਰੋਂ ਰਾਜਸਥਾਨ ਕਨਾਲ ਬੰਦਾ, ਉਧਰੋਂ ਸਰਹੰਦ ਫੀਡਰ ਟੁੱਟਦੀ ਕਿਉਂ ਵਾਰ-ਵਾਰ ਉਸੇ ਥਾਂ ਤੋਂ? ਢਿੱਲੋਂ ਸਾਹਿਬ ਇਹਦੇ ਵਿੱਚ ਦੇਖੋ ਦੋ ਕਰਨਾ, ਤੁਸੀਂ ਇੱਕ ਨੋਟ ਕਰੋ ਚੀਜ਼, ਜਿਹੜੇ ਪੈਟਰਨ ਤੇ ਹੁਣ ਇਹ ਨਹਿਰਾਂ ਬਣਾ ਰਹੇ ਨੇ, ਇਹ ਭਾਖੜਾ ਬਣੀ ਹੋਈ ਹੈ ਪਹਿਲਾਂ ਵੀ ਅਸੀਂ ਜੀ ਕੰਕਰੀਟ ਲਾਈਨਿੰਗ ਕਰ ਰਹੇ ਹਾਂ। ਹੁਣ ਕੰਕਰੀਟ ਲਾਈਨਿੰਗ ਢਿੱਲੋਂ ਸਾਹਿਬ ਤੁਸੀਂ ਵੀ ਪਾਣੀ ਦੀ ਵਾਰੀ ਲਾਈ ਹੈ, ਜਦੋਂ ਹੁਣ ਤੁਸੀਂ ਪੁਰਾਣੀ ਲਾਈਨਿੰਗ ਪੱਟੀ ਹੈ ਤਾਂ ਉਹਦਾ ਬੇਸ ਆ ਜਿਹੜਾ, ਉਹਦੇ ਉੱਤੇ ਨਵੀਂ ਬਣਾਉਣੀ, ਉਹਦੀ ਪਕੜ ਤਾਂ ਹੋਵੇ ਉਹਦੇ ਬੇਸ ਤੇ। ਬਿਲਕੁਲ। ਜਿਵੇਂ ਆਪਾਂ ਹੁਣ ਕੱਚਾ ਕਰਦੇ ਹਾਂ, ਵਿਹੜਾ ਕੱਚਾ ਕਰਕੇ ਤਾਂ ਇਹ ਫਰਸ਼ ਲੱਗਦੀ ਹੈ, ਪੱਥਰ ਲੱਗਦਾ ਤਾਂ ਵੀ ਕੱਚਾ ਕਰਦੇ ਹਾਂ, ਉਹਦੀ ਪਕੜ, ਇਹ ਪਕੜ ਦੀ ਵਿਚਾਲੇ ਆ ਗਿਆ ਜੀ ਤੁਹਾਡਾ ਪੰਨਾ ਪਾਤਾ ਇਹਨਾਂ ਨੇ ਪਲਾਸਟਿਕ ਦਾ। ਇਹ ਕਹਿੰਦੇ ਜੀ ਅਸੀਂ ਪਾਣੀ ਦੀ ਸੀਪੇਜ ਬੰਦ ਕਰਾਂਗੇ। ਹੁਣ ਪੰਨੇ ਦੇ ਉੱਤੇ ਪਕੜ ਕਿੱਥੋਂ ਆਵੇ?
ਨਹੀਂ ਆਉਂਦੀ। ਪੰਨੇ ਤੇ ਧਰਤੀ ਦੀ ਪਕੜ ਹੈ ਨਹੀਂ, ਪੰਨੇ ਦੀ ਤੇ ਕੰਕਰੀਟ ਦੀ ਪਕੜ ਹੈ ਨਹੀਂ। ਹਾਂ ਹਾਂ ਇਹ ਦੋ ਗੱਲਾਂ ਤਾਂ ਇਹ ਹੋ ਗਈਆਂ। ਤੀਜੀ ਗੱਲ ਢਿੱਲੋਂ ਸਾਹਿਬ, ਜਦੋਂ ਦੋ ਨਹਿਰਾਂ ਬਰਾਬਰ ਚੱਲਦੀਆਂ ਨੇ, ਦੋਹੇ ਨਹਿਰਾਂ ਬਰਾਬਰ ਹੀ ਥੱਲੇ ਜਾਂਦੀਆਂ ਨੇ, ਜਦੋਂ ਇੱਕ ਪਾਸੇ ਦੂਜੀ ਨੂੰ ਧੱਕ ਪੈਂਦੀ ਹੈ, ਦੂਜੀ ਪਾਸਿਓਂ ਇੱਧਰ ਨੂੰ ਪੈਂਦੀ ਹੈ। ਪਰ ਇਹਦੀ ਹੈਰਾਨੀ ਵਾਲੀ ਗੱਲ ਹੈ, ਇਹ ਟੁੱਟੀ ਸੀਗੀ ਸਰਹੰਦ ਫੀਡਰ ਸੱਜੇ ਵਾਲੇ ਪਾਸੇ। ਜਿਵੇਂ ਮੈਂ ਪਿੰਡ 'ਚ ਗਿਆ, ਪਿੰਡ 'ਚ ਇਹ ਵੀ ਇੱਕ ਬੜੀ ਜਾਂਚ ਦਾ ਵਿਸ਼ਾ ਹੈ। ਪਿੰਡ ਦੇ ਲੋਕ ਕਹਿੰਦੇ ਜੀ, ਇੱਕ ਤਾਂ ਇਹ ਵੱਡੇ ਠੇਕੇਦਾਰ ਤੋਂ ਪੇਟੀ ਠੇਕੇਦਾਰਾਂ ਨੇ ਬੜੇ ਉਹ ਲੈ ਲਏ ਗਾਂ, ਛੋਟੇ ਥੋੜੇ ਕੰਮ ਕੀਤੇ, ਕਹਿੰਦੇ ਉਨੀਆਂ ਰਿਸ਼ਵਤਾਂ ਚੱਲ ਗਈਆਂ। ਦੂਜਾ ਕਹਿੰਦੇ ਸੀਮੈਂਟ ਦੀ ਵੀ ਜਾਂਚ ਹੋਵੇ, ਕਹਿੰਦੇ ਮਿੰਨੀ ਪਲਾਂਟਾਂ ਦਾ ਸੀਮੈਂਟ ਵਰਤਿਆ ਗਿਆ। ਤੀਜਾ ਕਹਿੰਦੇ ਜੀ ਅੱਗੇ ਪੁਲ ਬਣਦੇ ਆ, ਕਹਿੰਦੇ 20 ਤਰੀਕ ਸੀਗੀ ਜੀ ਪੁਲ ਦੀ ਆਪਣੇ ਕੰਪਲੀਸ਼ਨ ਵੀ ਦੇਣਾ ਸੀ। ਹੁਣ ਉਹ ਕਹਿੰਦੇ ਵੀ ਕੰਮ ਨਹੀਂ ਸੀ ਹੋ ਰਿਹਾ ਤੇ ਠੇਕੇਦਾਰ ਰਾਤ ਨੂੰ ਆ ਕੇ ਇਹ ਕਾਰਾ ਕਰ ਗਿਆ। ਕਿਉਂਕਿ ਚਰਚਾ ਜਿਹੜੀ ਆਈ ਹੈ, ਉਹ ਚਰਚਾ ਇਹ ਆਈ ਹੈ ਕਿ ਜਮਾ ਜਿੱਥੋਂ ਟੁੱਟਿਆ ਉਹਦੇ ਨਾਲ ਹੀ ਗੇਟ ਲੱਗੇ ਹੋਏ ਆ, ਹੈਡ ਵਰਕਸ ਹੈ ਵੀ ਜਿਹਨੂੰ ਆਪਾਂ ਕਹਿੰਦੇ ਆ ਕਿ ਹੈਡ ਆ ਗਿਆ। ਉਹ ਜਦੋਂ ਗੇਟ ਇਥਾਂ ਕਰਤੇ ਤੇ ਪਾਣੀ ਦਾ ਵਹਾਅ ਚੜ ਗਿਆ। ਉਹਨੇ ਤਾਂ ਆਖਿਆ ਵੀ ਤੂੰ ਕਿਹੜਾ ਜਿਹੜਾ ਸਰਹੰਦ ਫੀਡਰ ਦਾ ਗੇਟ ਤੇ ਬੰਦ ਕਰ ਦੇ, ਪਾਣੀ ਦਾ ਵਹਾਅ ਘਟ ਜੂਗਾ, ਅਸੀਂ ਇੰਨੇ 'ਚ ਕੋਈ ਕੰਮ ਕਰ ਲਾਂਗੇ। ਜਾਂ ਉਹ ਜਾਣ ਕੇ ਤੜਾਇਆ, ਕਿਵੇਂ ਤੜਾਇਆ, ਉਸੇ ਥਾਂ ਤੋਂ ਤੀਜੀ ਵਾਰੀ ਟੁੱਟ ਗਈ। ਹੁਣ ਉਹ ਟੁੱਟਣ ਦਾ ਇੱਕ ਸਭ ਤੋਂ ਵੱਡਾ ਕਾਰਨ ਖਤਰਾ ਜਿਹੜਾ ਨੁਕਸਾਨ ਕੀ ਹੋ ਗਿਆ ਢਿੱਲੋਂ ਸਾਹਿਬ, ਇੱਕ ਤਾਂ ਜਦੋਂ ਟੁੱਟੀ ਸਰਹੰਦ ਫੀਡਰ ਵਾਲੇ ਪਾਸਿਓਂ ਵੜ ਗਈ ਰਾਜਸਥਾਨ ਕਨਾਲ ਨੂੰ। ਜਦੋਂ ਰਾਜਸਥਾਨ ਕਨਾਲ ਨੂੰ ਵੜ ਗਈ ਤੇ ਹੇਠਾਂ ਫਿਰ ਤੁਹਾਨੂੰ ਪਤਾ ਜਦੋਂ ਭੰਬੀਰੀ ਪੈਂਦੀ ਹੈ, ਹਾਂ ਭੰਬੀਰੀ ਕਹਿੰਦੇ ਉਹਨੂੰ, ਜੋ ਭੰਬੀਰੀ ਪੈ ਗਈ, ਭੰਬੀਰੀ ਨੇ ਘਾਰਾ ਪਾ ਲਿਆ ਜੀ। ਘਾਰਾ ਪਾ ਕੇ ਜੀ ਜਿਹੜੀ ਨਹਿਰ ਦੀ ਡੂੰਘਾਈ 20 ਫੁੱਟ ਸੀ, ਉਹ 40 ਫੁੱਟ ਹੋ ਗਈ। ਠੀਕ ਹੈ, 40 ਫੁੱਟ ਹੋ ਕੇ ਉਧਰੋਂ ਟੱਕਰ ਵੱਜੀ ਜੀ ਖਿੜਕੀਆਂ ਵਾਲੇ ਪਾਸੇ ਨੂੰ ਸਿੱਧੀ। ਉਧਰੋਂ ਜਿਹੜੀ ਰਾਜਸਥਾਨ ਕਨਾਲ ਸੀ ਉਹਦੀ 20 ਫੁੱਟ ਪਟੜੀ ਉਹਨੇ ਚੱਕਤੀ ਘਾਰੇ ਨਾਲ। ਹੁਣ ਦੋਵੇਂ ਨਹਿਰਾਂ ਬਰਬਾਦ ਹੋ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਥੋੜੀ ਜੀ ਗੱਲ ਹੋ ਜੀ ਅਸੀਂ ਫੌਜ ਸੱਦ ਲੈਂਦੇ। ਅੱਜ ਮੈਂ ਦੇਖਿਆ ਜੀ ਐਡੀ ਵੱਡਾ ਨੁਕਸਾਨ ਹੋਇਆ ਤੇ ਕਿੰਨੇ ਕੰਮ ਕਰੇ ਜੀ, 2 ਟਰੈਕਟਰ ਮਿੱਟੀ ਦੇ ਕਰਾਏ ਯਾਰ। ਤੁਸੀਂ ਸੂਆ ਬੰਨ੍ਹਦੇ ਹੋ ਤੇ ਜੋ JCB ਮਸ਼ੀਨਾਂ ਉੱਤੇ ਧਮਕ ਪਾ ਕੇ ਉਹਨੂੰ ਹੁਣ ਸੜਕ ਬਣਦੀ ਦੇਖੀ ਹੈ ਤੁਸੀਂ, ਸੜਕ ਦੇ ਉੱਤੇ ਪਾਣੀ ਪਾ ਲਿਆ, ਮਿੱਟੀ ਪਾ ਲਈ, 1-1 ਇੰਚ ਮਿੱਟੀ ਪਾ ਕੇ ਆਪਾਂ ਦਬਦੇ। ਉਹ ਕੰਪਰੈਸ਼ਨ ਨਹੀਂ ਹੋ ਰਿਹਾ, ਕੰਪਰੈਸ਼ਨ ਬਣਾਉਂਦੇ ਆ। ਉਹ ਤਾਂ ਆਪਣਾ ਜਿਹੜੇ ਪੱਕੇ ਸੂਏ ਬਣਦੇ ਦੇਖਦੇ ਆ, ਉੱਥੇ ਪਾਤੀ ਮਿੱਟੀ ਪਾਤੀ, ਫਿਰ ਪਾਣੀ ਪਾ ਕੇ ਫਿਰ ਲਤਰਾਈ ਹੁੰਦੀ ਹੈ। ਹਾਂ, ਉਹ ਤਾਂ ਫਿਰ ਪੂਰੀ ਬੰਨ ਕੇ ਆ ਜਿਹੜਾ ਬਣਾਈ ਵਾਲੇ ਸੂਏ ਤੁਸੀਂ ਵੇਖੇ ਆ, ਉਹ ਹੁੰਦੇ ਤੇਰੇ ਥੋੜੇ ਉਹ ਕੀ ਆ ਦੁਰਮਟ ਵਾਲੇ ਰੋਲਰ, ਉਹਨਾਂ ਦੇ ਵਿੱਚ ਉਹ ਹੁੰਦੇ ਆ ਖਵਾਉਣ ਵਾਲੇ। ਹੁਣ ਤਾਂ ਢਿੱਲੋਂ ਸਾਹਿਬ ਉਹ ਵੀ ਆ ਗਏ, ਉਹਦੇ ਵਿੱਚ ਵਾਈਬ੍ਰੇਟਰ ਵੀ ਆ ਗਿਆ। ਐਨ ਧਮਕ ਪੈਂਦੀ ਹੈ ਜੀ 2 ਕਿੱਲਿਆਂ ਵਾਟ ਤੱਕ। ਹੁਣ ਜਿਹੜੀਆਂ ਬਣਾਈ ਦੇ ਵਿੱਚ ਵੀ ਬਣਦੀਆਂ ਸੂਏ ਬਣਦੇ, ਢਿੱਲੋਂ ਸਾਹਿਬ ਉਹਨੂੰ ਪਹਿਲਾਂ ਸੜਕ ਵਾਂਗੂ ਬਣਾਉਂਦੇ ਆ, ਸੜਕ ਨੂੰ ਬਣਾ ਕੇ ਫੇਰ ਵਿੱਚੋਂ ਮਿੱਟੀ ਕੱਢਦੇ, ਫੇਰ ਦਰੇਸੀ ਕਰਦੇ। ਇਹ ਤਾਂ ਬਹੁਤ ਵੱਡਾ ਘਪਲਾ ਜੀ। ਇਹਨੂੰ ਆਪਾਂ ਕਹਿੰਦੇ ਆ ਵੀ ਇੰਜੀਨੀਅਰਿੰਗ ਡਿਜ਼ਾਸਟਰ ਹੈ। ਨਹੀਂ ਇਹਦੇ ਵਿੱਚ ਗੱਲ ਤਾਂ ਇਹ ਹੈ, ਇਹ ਹੁਣ ਭਗਵੰਤ ਸਿੰਘ ਮਾਨ ਵੀ ਬਦਲਾਅ ਤਾਂ ਹੁਣ ਦੇਖਾਂਗੇ। ਹਾਂ, ਵੀ ਜਦੋਂ ਹੁਣ ਇਹ ਜਿਹੜੇ ਜਿਨ੍ਹਾਂ ਅਫਸਰਾਂ ਦੀ ਨਿਗਰਾਨੀ 'ਚ ਬਣੀ, ਹਾਂ ਕਿ ਤਾਂ ਕਾਂਗਰਸ ਦਾ ਕੋਈ ਬੰਦਾ ਨਹੀਂ ਬੋਲ ਰਿਹਾ ਅੱਜ ਬੋਲਣਗੀ। ਹਾਂ, ਜਿਨ੍ਹਾਂ ਅਫਸਰਾਂ ਦੀ ਨਿਗਰਾਨੀ 'ਚ ਬਣੀ ਵੀ ਹੈ, ਉਹਨਾਂ ਅਫਸਰਾਂ ਨੂੰ ਵੀ ਲਓ ਜਾਂਚ ਦੇ ਵਿੱਚ ਲਓ। ਉਹਨਾਂ ਨੇ ਸਰਟੀਫਿਕੇਟ ਕਿਉਂ ਦਿੱਤੇ? ਰਾਤ ਨੂੰ ਸੀਮੈਂਟ ਪਲਾਂਟ ਚੱਲੇ, ਉਹ ਕਿਉਂ ਚੱਲੇ? ਉੱਥੇ ਜੇਈ ਮੌਕੇ ਤੇ ਕਿਹੜਾ ਸੀ? ਕੀ ਉਹਨੇ ਮਿਕਸਿੰਗ ਹੁੰਦੀ ਦੇਖੀ? ਕਿਉਂ ਜੀ ਐਸੀ ਤੱਕ ਚੀਫ ਤੱਕ ਲਓ। ਘੱਟੋ ਘੱਟ ਜੇਈ ਅੱਜ ਕੀ ਹੋਇਆ ਜੀ ਢਿੱਲੋਂ ਸਾਹਿਬ, ਮੈਂ ਦੁੱਖ ਨਾ ਕਹਿਣਾ, ਇੱਕ SDO ਰਾਜਸਥਾਨ ਕਨਾਲ ਦੀ ਕੁੜੀ ਰਾਜਸਥਾਨ ਮਹਿਕਮੇ ਤੋਂ, ਇੱਕ SDO ਪੰਜਾਬ ਦੇ ਮਹਿਕਮੇ ਤੋਂ, ਹੋਰ ਉੱਥੇ ਕੋਈ ਬੰਦਾ ਹੀ ਕੋਈ ਨਹੀਂ। 20 ਮਜ਼ਦੂਰ ਕੀ 20 ਮਜ਼ਦੂਰ ਇੱਥੇ ਵੱਡੇ ਚਲੋ ਇਹ ਤਾਂ ਬਣਾਈ ਵਾਸਤੇ ਆ ਗਏ ਨਾ। ਸਵਾਲ ਤਾਂ ਇਹ ਹੈ ਕਿ ਜਦੋਂ ਕਿਸੇ ਨਹਿਰ ਦੀ ਨਵੀਂ ਉਸਾਰੀ ਹੁੰਦੀ ਹੈ, ਹਾਂ ਨਵੀਂ ਉਸਾਰੀ ਵਾਸਤੇ ਜਿਹੜੀ ਪੇਮੈਂਟ ਹੈ, ਉਹ ਪੇਮੈਂਟ ਜਿਹੜੀ ਉਹਨਾਂ ਨੂੰ ਕਰਦੇ ਆ, ਪੇਮੈਂਟ ਉਦੋਂ ਹੁੰਦੀ ਹੈ ਜਦੋਂ ਉਹਨਾਂ ਨੂੰ ਸਰਟੀਫਿਕੇਟ ਜਾਰੀ ਹੋਇਆ। ਬਿਲਕੁਲ ਸਰਟੀਫਿਕੇਟ ਉਦੋਂ ਜਾਰੀ ਹੁੰਦਾ ਜਦੋਂ ਘਰ ਭਰ ਜਾਂਦਾ, ਜੇਬ ਭਰ ਜਾਂਦੀ ਹੈ। ਤੇ ਜੇਬ ਵਾਲਾ ਪੈਸਾ ਫਿਰ ਜਿਹੜਾ ਹੈਗਾ ਕੱਲਾ, ਜੇ ਆਪਾਂ ਕਹਿ ਦਈਏ ਕਲਰਕ ਕੋਲੇ ਜਾਂ ਜੇਈ ਕੋਲੇ ਨਹੀਂ ਰਹਿੰਦਾ ਜੀ, ਉਹ ਉੱਪਰ ਚੀਫ ਤੱਕ ਤੋਂ ਅੱਗੇ ਮੰਤਰੀ ਤੱਕ ਜਾਂਦਾ। ਇਹ ਉਹਨਾਂ ਨੂੰ ਕਿਉਂ ਨਹੀਂ ਫਿਰ ਸਾਰਿਆਂ ਨੂੰ ਢਿੱਲੋਂ ਸਾਹਿਬ ਆਪਾਂ ਵੇਖਿਆ ਇੱਥੇ ਗੱਲਾਂ ਚਰਚਾਵਾਂ ਹੁੰਦੀਆਂ ਨੇ, ਹਜੇ ਕਹਿੰਦੇ ਠੇਕੇ ਨਹੀਂ ਚੱਲੇ ਤੇ ਠੇਕੇ ਦੀਆਂ ਕਹਿੰਦਾ ਕਮਿਸ਼ਨ ਕੀ ਕਹਿੰਦੇ ਮੰਤਰੀ ਪਹਿਲਾਂ ਜੇਬਾਂ 'ਚ ਪਾ ਕੇ ਤੁਰ ਗਏ, ਸਰਕਾਰ ਬਦਲ ਗਈ, ਤੁਰੇ ਫਿਰਦੇ ਉਹ ਕੰਮ ਨਹੀਂ ਕਰਦੇ। ਬਿਲਕੁਲ। ਸੋ ਦੂਸਰੇ ਪਾਸੇ ਜੀ ਹੁਣ ਚੱਲੀਏ ਆਪਾਂ ਹੰਸਰਾਜ ਹੰਸੋਰਾਂ ਦੀ ਗੱਲ, ਕਿਉਂਕਿ ਗੱਲ ਲੀਡਰਾਂ ਦੀ ਹੋ ਰਹੀ ਹੈ ਤੇ ਹੰਸਰਾਜ ਹੰਸ ਦੇ ਆਪਣੇ ਤੁਹਾਨੂੰ ਪਤਾ ETO ਸਾਹਿਬ ਅੱਜ ਕੱਲ੍ਹ ਪਏ ਹੋਏ ਨੇ ਜ਼ਮੀਨਾਂ ਖਾਲੀ ਕਰਾਉਣ ਨੂੰ। ਤੇ ਹੰਸਰਾਜ ਹੰਸ ਕਹਿੰਦੇ ETO ਸਾਹਿਬ ਨਹੀਂ, ਧਾਲੀਵਾਲ ਸਾਹਿਬ ਸੌਰੀ, ਹਾਂ ਧਾਲੀਵਾਲ ਸਾਹਿਬ, ਕੁਲਦੀਪ ਸਿੰਘ ਧਾਲੀਵਾਲ ਦੇ, ਹਾਂ ਉਹ ਕੀ ਕਹਿੰਦੇ ਹੰਸਰਾਜ ਹੰਸ ਜੀ? ਦੇਖੋ ਉਹਦੇ 'ਚ ਇਹ ਹੈ ਕਿ ਇਹ ਗੱਲ ਆ ਗਈ ਸੀਗੀ, ਪਤਾ ਲੱਗ ਗਿਆ ਸੀ ਕੁਲਦੀਪ ਸਿੰਘ ਹੋਣਾ ਨੇ, ਧਾਲੀਵਾਲ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਸ਼ਫੀਪੁਰ ਪਿੰਡ ਹੈ ਤੇ ਉੱਥੇ ਹੰਸਰਾਜ ਹੰਸ ਦੇ ਬੇਟੇ ਦੇ ਕੋਲੇ 20 ਕਿੱਲੇ ਜ਼ਮੀਨ ਹੈ। ਅੱਛਾ, ਨਾਲ ਹੀ ਆ ਜਲੰਧਰ ਦੇ ਵਿੱਚ ਹੀ। ਉਹ 20 ਕਿੱਲੇ ਜ਼ਮੀਨ ਜਿਹੜੀ ਹੈ, ਇਹ ਕਿਹਾ ਜਾਂਦਾ ਕਿ ਜਦੋਂ ਹੰਸਰਾਜ ਹੰਸ ਦਾ ਭਰਾ ਸਰਪੰਚ ਹੁੰਦਾ ਸੀ ਜੀ ਇਸ ਟਰਮ ਤੋਂ ਪਹਿਲਾਂ, ਉਹਨੇ ਕਹਿੰਦੇ ਪੰਚਾਇਤ ਦੀ ਜ਼ਮੀਨ ਆਪਣੇ ਭਤੀਜੇ ਨੂੰ, ਭਾਵ ਹੰਸਰਾਜ ਹੰਸ ਦੇ ਮੁੰਡੇ ਨੂੰ 90 ਸਾਲ ਆ ਕੇ 99 ਸਾਲਾ ਲੀਜ਼ ਤੇ ਦੇ ਦਿੱਤੀ ਜੀ। ਤੇ 5-4 ਸਾਲ ਦਾ ਮਤਲਬ ਜਿਹੜਾ ਹੈਗਾ ਸੀ ਲੀਜ਼ ਮਨੀ ਪਹਿਲਾਂ ਲੈ ਲਈ।
ਉਹ ਐਡਵਾਂਸ ਲੈ ਕੇ ਤੇ ਉਹਨਾਂ ਨੂੰ ਜੀ ਦੇ ਦਿੱਤੀ ਜੀ ਜੀ ਤੇ ਉਦੋਂ ਤੋਂ ਕਹਿੰਦੇ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਜੀ ਦੂਜੇ ਪਾਸੇ ਹੂੰ ਕਹਿੰਦੇ ਵੀ ਬਾਅਦ ਦੇ ਵਿੱਚ ਪੰਚਾਇਤ ਨਵੀਂ ਆ ਗਈ। ਜੀ ਜਿਹੜੀ ਨਵੀਂ ਪੰਚਾਇਤ ਆ ਗਈ, ਹੂੰ ਨਵੀਂ ਪੰਚਾਇਤ ਨੇ ਆ ਕੇ ਉਹ ਕੰਮ ਉਹਨਾਂ ਦਾ ਰੱਦ ਕਰਤਾ। ਉਹ ਜਿਹੜਾ ਕੰਟਰੈਕਟ ਉਹਨਾਂ ਨੇ ਕੀਤਾ ਸੀ ਜਾਂ ਜੋ ਉਹਨਾਂ ਨੇ ਲੀਜ਼ ਕੰਟੈਕਟ ਕੀਤਾ ਸੀ ਉਹ ਰੱਦ ਕਰਤਾ। ਉਹ ਕਹਿੰਦੇ ਜੀ ਨਹੀਂ, ਇਹਦੇ ਤੇ ਜਦੋਂ ਇਹਨਾਂ ਦੇ ਆਇਆ, ਕਿਉਂਕਿ ਉਹ ਪਾਰਲੀਮੈਂਟ ਦਾ ਮੈਂਬਰ ਹੈ ਹੰਸਰਾਜ ਹੰਸ, ਉਹ ਅਰਾਜ ਗਾਇਕ ਵੀ ਹੈ ਜੀ ਬਿਲਕੁਲ ਪੰਜਾਬ ਦਾ। ਇੱਥੇ ਭਾਵੇਂ ਉਹਨਾਂ ਨੇ ਅਕਾਲੀ ਦਲ ਦੇ ਨਾਲ ਮਿਲ ਕੇ ਵੀ ਆਪਣੀ ਕਿਸਮਤ ਜਮਾਈ, ਕਾਂਗਰਸ ਵੀ ਗਏ, ਪਰ ਉਹਨਾਂ ਦਾ ਦਾ ਨਹੀਂ ਲੱਗਿਆ। ਜੀ ਅਖੀਰ ਬੀਜੇਪੀ ਵਾਲੇ ਉਹਨਾਂ ਨੂੰ ਲੈ ਗਏ ਤੇ ਦਿੱਲੀ ਤੋਂ ਉਹਨਾਂ ਨੂੰ ਬਣਾਤਾ ਪਾਰਲੀਮੈਂਟ ਦੇ ਮੈਂਬਰ। ਹੂੰ ਹੁਣ ਉਹ ਪਾਰਲੀਮੈਂਟ ਦੇ ਮੈਂਬਰ ਵੀ ਹੈ, ਜੀ ਨਾਮ ਵੱਡਾ ਹੈ, ਹੂੰ ਰਾਜ ਗਾਇਕ ਵੀ ਹੈ, ਪਾਰਲੀਮੈਂਟ ਦਾ ਮੈਂਬਰ ਵੀ ਹੈ, ਲੀਡਰ ਵੀ ਭਾਰਤੀ ਜਨਤਾ ਪਾਰਟੀ ਦਾ ਹੈ। ਜੀ ਇਹਦੇ ਤੇ ਫਿਰ ਧਾਲੀਵਾਲ ਸਾਹਿਬ ਦੇ ਵੀ ਧਿਆਨ ਚ ਆ ਗਿਆ ਵੀ 20 ਕਿੱਲੇ ਜ਼ਮੀਨ ਤਾਂ ਜੀ ਆ ਪਈ ਹੈ, ਇਹ ਵੀ ਚਾਹੀਦੀ। ਹਾਂ ਹਾਂ ਉਹਨਾਂ ਨੇ ਮੇਰੇ ਖਿਆਲ ਮੁਤਾਬਕ ਮੁੱਖ ਮੰਤਰੀ ਸਾਹਿਬ ਨੂੰ ਦੱਸਤਾ ਹੋਣਾ ਜੀ ਤੇ ਫਿਰ ਭਗਵੰਤ ਸਿੰਘ ਮਾਨ ਹੋਰਾਂ ਦਾ 2 ਦਿਨ ਪਹਿਲਾਂ ਇੱਕ ਬਿਆਨ ਆਇਆ ਸੀ ਜੀ ਕਿ ਚਾਹੇ ਕੋਈ ਲੀਡਰ ਹੈ, ਹੂੰ ਚਾਹੇ ਕੋਈ ਅਫਸਰ ਹੈ, ਹੂੰ ਜਿਹਦੇ ਕਬਜ਼ੇ ਦੇ ਵਿੱਚ ਭਾਈ ਇਸ ਤਰ੍ਹਾਂ ਦੀ ਜ਼ਮੀਨ ਆ, ਉਹ ਆਪਦੀ ਮਰਜ਼ੀ ਨਾਲ ਆਪ ਹੀ ਛੱਡ ਦਿਓ, ਜੀ ਨਹੀਂ ਤਾਂ ਫਿਰ ਖਰਚਾ ਵੀ ਦੇਣਾ ਪਊਗਾ। ਹੂੰ ਜਿੰਨੇ ਸਮੇਂ ਤੋਂ ਤੁਸੀਂ ਉਹਨੂੰ ਇਸਤੇਮਾਲ ਕਰਦੇ ਹੋ ਸਾਰਾ ਠੇਕਾ ਤੁਹਾਨੂੰ ਪਾ ਦੇਣਗੇ ਜੀ ਤੇ ਅੱਗੇ ਫਿਰ ਪਰਚਾ ਵੀ ਹੋਊਗਾ ਨਜਾਇਜ਼। ਹੂੰ ਪਰਚੇ ਤੇ ਖਰਚੇ ਨਾਲ ਚੱਲਣੇ ਪੈਣਗੇ। ਤੇ ਦੱਸੋ ਗੱਲ, ਜੀ ਉਹਦੇ ਤੇ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਗਈਆਂ, ਹੰਸਰਾਜ ਹੰਸ ਟਾਰਗੇਟ ਬਣ ਗਿਆ। ਹੂੰ ਹੁਣ ਹੰਸਰਾਜ ਹੰਸ ਕਹਿੰਦਾ ਜੀ, ਕਹਿੰਦਾ ਇਹਦੇ ਚ ਪੰਚਾਇਤ ਦਾ ਕੀ ਕੰਮ, ਹੂੰ ਇਹ ਤਾਂ ਸਾਡੀ ਜੱਦੀ ਜਾਇਦਾਦ ਹੈ। ਜੀ ਜੱਦੀ ਜਾਇਦਾਦ ਉਹ ਹੁੰਦੀ ਹੈ ਜਿਹੜੀ ਦਾਦੇ ਪੜਦਾਦੇ ਤੋਂ ਹੋਵੇ। ਹਾਂ ਪਰ ਉਹ ਕਹਿੰਦੇ ਕਿ ਮੇਰੇ ਭਰਾ ਨੇ ਆਪਦੇ ਭਤੀਜੇ ਨੂੰ ਦਿੱਤੀ ਹੈ। ਅੱਛਾ ਜੀ ਜੇ ਭਰਾ ਨੇ ਭਤੀਜੇ ਨੂੰ ਦਿੱਤੀ ਹੈ, ਉਹ ਖਰੀਦੀ ਹੋਈ ਦਿੱਤੀ ਹੈ। ਕਹਿੰਦੇ ਸਾਡੀ ਪੁਸ਼ਤੈਨੀ ਪਰਿਵਾਰ ਦੀ ਜ਼ਮੀਨ ਹੈ ਇਹ। ਦੱਸੋ ਇਹਦੇ 'ਚ ਕਹਿੰਦੇ ਵੀ ਪੰਚਾਇਤ ਕੀ ਕਰੂਗੀ। ਹੂੰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਵਾਕਈ ਪੁਸ਼ਤੈਨੀ ਹੈ ਕਿ ਨਹੀਂ। ਕਿ ਉਹ ਨਹੀਂ। ਇਸ ਗੱਲ ਦੇ ਉੱਤੇ ਹੁਣ ਪੰਜਾਬ ਸਰਕਾਰ ਤੇ ਹੰਸਰਾਜ ਹੰਸ ਸਾਹਿਬ ਆਮਣੇ ਸਾਹਮਣੇ ਅੱਛਾ ਜੀ ਸਿੱਧੇ ਹੋ ਗਏ। ਸਿੱਧੇ ਹੋ ਗਏ। ਇਹ ਹੁਣ ਦੇਖਣਾ ਹੈ ਕਿ ਕੌਣ ਕਿਹੜੀ ਨਿਤਰੂ ਬੜੇਵੇਂ ਬੜੇ ਮੈਂ ਖਾਣੀ ਕੀ ਰਿਕਾਰਡ ਬੋਲਦੇ ਆ। ਹਾਂਜੀ, ਹਾਂਜੀ, ਮਿੱਤਰਾ ਰਿਕਾਰਡ ਬੋਲਦੇ ਰਿਕਾਰਡ ਬੋਲਦਾ ਹੈ। ਤੇ ਹੁਣ ਕਹਿੰਦੇ ਰਿਕਾਰਡ ਤਾਂ ਕਹਿੰਦੇ ਤਾਜ ਮਹਿਲ ਦਾ ਵੀ ਕੱਢਿਆ ਸੀ। ਕਹਿੰਦੇ ਵੀ ਖੋਲੋ ਕਹਿੰਦੇ ਅਲਮਾਰੀਆਂ ਜਿੱਥੇ ਫਾਈਲਾਂ ਪਈਆਂ। ਨਹੀਂ ਉਹ ਤਾਂ ਜਿਹੜੀਆਂ ਨਾ, ਦੇਖੋ ਗੱਲ ਇੱਕ ਹੈ, ਪਹਿਲੀ ਗੱਲ ਤਾਂ ਦਾਨੀਵਾਲ ਸਾਹਿਬ, ਜਦੋਂ ਮੁਲਕ ਆਜ਼ਾਦ ਹੋਇਆ 1952 ਤੋਂ ਲੈ ਕੇ ਤੇ 60 ਦੇ ਵਿੱਚ 2 ਕਾਨੂੰਨ ਬਣੇ ਸੀ। ਉਹ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਪਾਸ ਹੋਏ। ਉਹਨਾਂ 'ਚ ਇਹ ਕਿਹਾ ਸੀ ਕਿ 1947 ਨੂੰ 15 ਜੀ। ਅਗਸਤ 1947 ਨੂੰ ਜਿੰਨਾ ਧਾਰਮਿਕ ਸਥਾਨਾਂ ਦੀ ਜੋ ਸਥਿਤੀ ਹੈ ਜਾਂ ਇਤਿਹਾਸਕ ਸਥਾਨਾਂ ਦੀ ਜੋ ਸਥਿਤੀ ਹੈ ਉਹੀ ਰਹੂਗੀ, ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਊਗੀ ਜੀ ਸਵਾਏ ਬਾਬਰੀ ਮਸਜਿਦ ਵਾਲੇ ਮਾਮਲੇ ਨੂੰ। ਹੂੰ ਕਿਉਂਕਿ ਬਾਬਰੀ ਮਸਜਿਦ ਦਾ ਕੇਸ ਉਦੋਂ ਅਦਾਲਤ 'ਚ ਚੱਲ ਰਿਹਾ ਸੀ। ਜੀ ਇਹ 1949 'ਚ ਚੱਲਦਾ ਸੀ ਤੇ ਇਹ 52 ਦੇ ਵਿੱਚ ਆ ਕੇ ਕਾਨੂੰਨ ਬਣਦੇ। ਇਸ ਵਾਸਤੇ ਇਹ ਉਦੋਂ ਗੱਲ ਕਰਤੀ ਸੀ ਤੇ ਹੁਣ ਇਹਨੂੰ ਕੋਈ ਛੇੜਨ ਦਾ ਮਕਸਦ ਨਹੀਂ ਬਣਦਾ ਸੀ। ਜੀ ਪਰ ਇੱਕ ਰਜਨੀਸ਼ ਸਿੰਘ ਹੈ, ਉਹ ਕਹਿੰਦੇ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਸ਼ਾਇਦ ਇੱਕ ਯੂਨਿਟ ਦੇ ਜਿਹੜੇ ਹੈਗੇ ਆ ਮੀਡੀਆ ਐਡਵਾਈਜ਼ਰ ਹੈ ਜਾਂ ਕੁਝ ਜੀ। ਮੀਡੀਆ ਇੰਚਾਰਜ ਹੈ, ਉਹ ਸੀ ਤੇ ਉਹਨਾਂ ਨੇ ਇੱਕ ਪਟੀਸ਼ਨ ਪਾਤੀ ਜੀ ਜੀ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਵਿੱਚ। ਹੂੰ ਉਹ ਕਹਿੰਦੇ ਜੀ ਵੀ ਇੱਥੇ ਨਾ 22 ਕਮਰੇ ਹੈ ਅੱਛਾ ਜੀ ਜਿਹੜੇ ਤਾਜ ਮਹਿਲ ਦੇ ਹੇਠਲੇ ਪਾਸੇ ਹੈ। ਹੂੰ ਉਹਨਾਂ 22 ਕਮਰਿਆਂ ਦੇ ਵਿੱਚੋਂ ਕਹਿੰਦੇ ਜੀ 20 ਕਮਰੇ ਖੋਲੋ। ਅੱਛਾ ਜੀ ਉਹ ਪੁੱਛਿਆ ਵੀ ਭਾਈ 20 ਕਮਰੇ ਕਿਉਂ ਖੋਲ੍ਹੇ? ਕਹਿੰਦੇ ਜੀ 20 ਕਮਰੇ ਖੋਲੋ, ਇਹਨਾਂ 20 ਕਮਰਿਆਂ ਤੋਂ ਇਹ ਜਾਣਕਾਰੀ ਮਿਲਣੀ ਹੈ ਵੀ ਇੱਥੇ ਕਿਸੇ ਵੇਲੇ ਸ਼ਿਵ ਦਾ ਮੰਦਿਰ ਹੁੰਦਾ ਸੀ ਜੀ ਤੇ ਉਸ ਮੰਦਿਰ ਦੇ ਉੱਤੇ ਉਹ ਜਿਹੜਾ ਹੈਗਾ ਇਹ ਬਣਾਈ ਹੋਈ ਹੈ, ਤਾਜ ਮਹਿਲ ਬਣਾਇਆ ਹੋਇਆ ਹੈ। ਜੀ ਇਹ ਕਹਿੰਦੇ ਜੀ ਇਹਨੂੰ ਦੇਖੋ। ਪਟੀਸ਼ਨ ਉਹਨੇ ਪਾਤੀ। ਅੱਛਾ ਜੀ ਪਟੀਸ਼ਨ ਪਾਈ ਹੈ ਜੀ ਆਰਟੀਕਲ 226 ਦੇ ਤਹਿਤ। ਤੇ ਜਦੋਂ ਇਹ ਪਟੀਸ਼ਨ ਕੱਲ ਡਿਵੀਜ਼ਨ ਬੈਂਚ ਦੇ ਸਾਹਮਣੇ ਪੇਸ਼ ਹੋਈ, ਜੀ ਉਹ ਕਹਿੰਦੇ ਵੀ ਤੁਸੀਂ ਇਹ ਦੱਸੋ ਕਿ ਆਰਟੀਕਲ 226 ਦਾ ਮਤਲਬ ਕੀ ਹੈ। ਅੱਛਾ ਜੀ ਆਰਟੀਕਲ 226 ਤੁਹਾਨੂੰ ਅਧਿਕਾਰ ਦਿੰਦਾ ਹੈ। ਉਹਦੇ ਵਿੱਚ ਤੁਹਾਨੂੰ ਇਹ ਕਿਹਨੇ ਅਧਿਕਾਰ ਦਿੱਤਾ ਜੀ ਵੀ ਤੁਸੀਂ ਕਹੋ ਵੀ ਉਹ ਤਾਜ ਮਹਿਲ ਦੇ ਕਮਰੇ ਖੋਲੋ? ਖੋਲੋ ਹਾਂ ਇਹ ਅਧਿਕਾਰ ਤੁਹਾਨੂੰ ਮਿਲਿਆ ਕਿਉਂ, ਕਿਸ ਆਧਾਰ ਤੇ ਤੁਸੀਂ ਦਾਅਵਾ ਕਰਦੇ ਹੋ? ਜੀ ਕਹਿੰਦੇ ਪਹਿਲਾਂ ਪੜ੍ਹਾਈ ਕਰੋ, ਹਾਂ ਹਿਸਟਰੀ ਪੜੋ। ਹਿਸਟਰੀ ਪੜ੍ਹੋ। ਇਹ ਨਹੀਂ ਕਹਿੰਦੇ ਜੀ ਫਲਾਣੇ ਨੇ ਦੱਸਿਆ, ਕਹਿੰਦੇ ਪਹਿਲਾਂ ਹਿਸਟਰੀ ਪੜ੍ਹੋ। ਤੁਸੀਂ ਜਾਓ ਜਾ ਕੇ ਤੁਸੀਂ MA ਕਰੋ, PhD ਕਰੋ। ਜੀ ਜੇ ਤੁਹਾਡੀ ਪੜ੍ਹਾਈ ਦੇ ਵਿੱਚ ਕੋਈ ਅੜਿੱਕਾ ਪਾਉਂਦਾ ਤਾਂ ਫਿਰ ਸਾਨੂੰ ਦੱਸ ਦਿਓ, ਗੱਲ ਕਰੋ। ਸਾਡੇ ਕੋਲੇ ਆ ਜਾਓ, ਅਸੀਂ ਤੁਹਾਡੀ ਪੜ੍ਹਾਈ 'ਚ ਅੜਿੱਕਾ ਨਹੀਂ ਪੈਣ ਦੇਵਾਂਗੇ। ਉਹ ਆ ਕੇ ਦੱਸਿਓ। ਅੱਜ ਕਹਿੰਦੇ ਤੁਸੀਂ ਇਹ ਗੱਲ ਕਰਦੇ ਤੇ ਕੱਲ ਨੂੰ ਤੁਸੀਂ ਕਹਿੰਦੇ ਫਿਰ ਸਾਡੇ ਚੈਂਬਰਾਂ ਜਾ ਸਾਡੇ ਤੇ ਕਰੋਗੇ ਹਾਂ ਵੀ ਲਿਆਓ ਜੀ ਅਦਾਲਤਾਂ ਦਾ ਦਿਖਾਓ ਸਾਨੂੰ ਸਮਾਨ ਕੀ ਹੈ। ਆਰਟੀਕਲ 226 ਸਾਨੂੰ ਹੱਕ ਦਿੰਦਾ, ਅਸੀਂ ਮੰਗਦੇ ਆ। ਇਹ ਆਰਟੀਕਲ 226 ਦਾ ਮਤਲਬ ਕਿ ਟੁੱਟ ਕੇ ਪੈ ਗਈ ਜੀ ਕੱਲ ਉਹਨਾਂ ਨੂੰ ਅੱਛਾ ਹਾਈ ਕੋਰਟ ਤੇ। ਉਹ ਕਹਿੰਦੇ ਜੀ ਅਸੀਂ ਤੁਹਾਡੀ ਪਟੀਸ਼ਨ ਡਿਸਮਿਸ ਕਰਦੇ ਹਾਂ। ਵਕੀਲ ਕਹਿੰਦਾ ਜੀ ਡਿਸਮਿਸ ਨਾ ਕਰੋ ਜੀ, ਅਸੀਂ ਨਾ ਕਹਿੰਦੇ ਵਾਪਸ ਲੈ ਲੈਨੇ ਆ, ਸੋਧ ਕੇ ਪਾ ਦੇਂਗੇ। ਉਹ ਕਹਿੰਦੇ ਮਤਲਬ ਹੀ ਨਹੀਂ। ਅੱਛਾ ਇਹ ਹੈ ਹੁਣ ਗੱਲ ਇਹ ਕਿ ਉਹ ਬੰਦਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਮੈਂਬਰ ਹੋਰ ਹੈ। ਅੱਛਾ ਜੀ ਉਹ ਰਾਜ ਘਰਾਣੇ ਦੀ ਹੈ, ਜੈਪੁਰ ਦੀ,
ਨਾ ਉਹਦਾ ਰੀਆ ਕੁਮਾਰੀ, ਅੱਛਾ ਜੀ, ਉਹਨੇ ਇੱਕ ਨਵਾਂ ਕੱਢ ਕੇ ਦੱਸਤਾ। ਅੱਛਾ ਉਹ ਕਹਿੰਦੀ ਜੀ ਸਾਡਾ ਜਿਹੜਾ ਹੈਗਾ, ਸਾਡਾ ਜਿਹੜਾ ਪੋਥੀ ਸ਼ਾਲਾ ਹੈ, ਅੱਛਾ, ਜਿਹਨੂੰ ਆਪਾਂ ਲਾਇਬ੍ਰੇਰੀ ਕਹਿੰਦੇ, ਉਹਦੇ 'ਚ ਕਹਿੰਦੀ ਰਿਕਾਰਡ ਬੜਾ ਪੁਰਾਣਾ ਪਿਆ। ਓਕੇ, ਉਹ ਰਿਕਾਰਡ ਕਹਿੰਦੀ ਦੱਸਦਾ ਵੀ ਇਹ ਸ਼ਾਹਜਹਾਂ ਤੋਂ ਪਹਿਲਾਂ ਹਾਂ, ਇਹ ਜਿਹੜਾ ਸੀ ਇਹਦਾ ਨਾਂ ਤਾਜ ਮਹਿਲ ਨਹੀਂ ਸੀ, ਤਾਜੋ ਮਹਿਲ ਸੀ। ਅੱਛਾ, ਤਾਜੋ ਮਹਿਲ ਸੀ, ਤਾਜੋ ਮਹਿਲ ਸੀ। ਉਹ ਕਹਿੰਦੇ ਵੀ ਇਹ ਸਾਡੇ ਜੈਪੁਰ ਦਾ ਰਾਜ ਘਰਾਣਾ ਨਾ ਜਿਹੜਾ, ਹਾਂ, ਇਹ ਉਹਨਾਂ ਦਾ ਸੀ। ਅੱਛਾ, ਕਿੱਥੇ ਰਾਜਪੁਰ, ਜੈਪੁਰ ਤੇ ਕਿੱਥੇ ਹਾਂ, ਆਗਰਾ। ਕਹਿੰਦੇ ਸਾਡਾ ਉਹ ਸੀਗਾ, ਤੇ ਕਹਿੰਦੇ ਵੀ ਸ਼ਾਹਜਹਾਂ ਦਾ ਇਹਦੇ ਤੇ ਦਿਲ ਆ ਗਿਆ, ਹੂੰ ਤੇ ਮੁੜ ਕੇ ਸ਼ਾਹਜਹਾਂ ਨੇ ਆਖੀ ਤੇ ਕਬਜ਼ਾ ਕਰ ਲਿਆ। ਤੇ ਪੁੱਛਿਆ ਉਹਨਾਂ ਨੇ ਪੱਤਰਕਾਰਾਂ ਨੇ ਵੀ ਤੁਹਾਨੂੰ ਕੋਈ ਮੁਆਵਜ਼ਾ ਜੀ, ਕਹਿੰਦੀ ਜੀ ਉਦੋਂ ਉਹਨਾਂ ਦੀ ਸਰਕਾਰ ਆ, ਸਾਨੂੰ ਮੁਆਵਜ਼ਾ ਕਿਹਨੇ ਕਿਹਨੇ ਦੇਣਾ ਸੀ? ਹੂੰ, ਇਸ ਕਰਕੇ ਉਹ ਕਹਿੰਦੀ ਜੀ ਤਾਂ ਸਾਡੇ ਰਾਜ ਘਰਾਣੇ ਦਾ ਹੈ। ਹੂੰ, ਹੁਣ ਉਹ ਕਹਿੰਦੇ ਸ਼ਿਵ ਦਾ ਮੰਦਿਰ ਆ, ਉਹ ਕਹਿੰਦੀ ਇਹ ਰਾਜ ਘਰਾਣੇ। ਰਾਜ ਘਰਾਣੇ ਦੱਸੋ ਕਿੱਥੇ ਗੱਲ? ਇਹ ਤਾਂ ਮਤਲਬ ਹੈ ਵੀ ਕਿੱਧਰ, ਮਤਲਬ ਬੁੜੀ ਦਾ ਮਰਨਾ ਤੇ ਉਧਰ ਹਾਲ ਕੁੱਕੜੂ। ਠੀਕ ਹੈ ਨਾ, ਇਹ ਭਾਰਤੀ ਜਨਤਾ ਪਾਰਟੀ ਦੀ ਖੇਡ ਤਾਂ ਆਪ ਹੀ ਖਰਾਬ ਹੋ ਗਈ। ਹੂੰ, ਤੇ ਉਸ ਪਾਸੇ ਨੂੰ ਜਿਹੜੀ ਗੱਲ ਤੁਰ ਗਈ ਹੈ। ਹੁਣ ਅਗਲੀ ਗੱਲ ਉਹਦੇ 'ਚ ਇਹ ਲੈ ਲਓ ਹੂੰ, ਵੀ ਜੋ ਇਤਿਹਾਸਕਾਰ ਦੱਸਦੇ ਆ, ਇਤਿਹਾਸਕਾਰ ਕਹਿੰਦੇ ਵੀ ਝਗੜਾ ਹੋ ਹੀ ਨਹੀਂ ਸਕਦਾ। ਹੂੰ, ਜੇ ਉਹ ਤਾਜੋ ਮਹਿਲ ਵੀ ਸੀ, ਹੂੰ। ਸ਼ਾਹਜਹਾਂ ਨੇ ਕਬਜ਼ਾ ਨਹੀਂ ਕੀਤਾ ਉਸ ਹੂੰ, ਕਿਉਂਕਿ ਜਿਹੜਾ ਜੈਪੁਰ ਦਾ ਰਾਜ ਘਰਾਣਾ ਹੈ, ਇਹ ਤਾਂ ਕਹਿੰਦੇ ਮੁਗਲਾਂ ਦੇ ਨਾਲ ਮਿਲ ਕੇ ਚੱਲਦਾ ਸੀ। ਮਿਲ ਕੇ ਚੱਲਦਾ ਸੀ। ਇਹਨਾਂ ਤਾਂ ਵਿਰੋਧ ਇਹਨਾਂ ਦੇ ਤਾਂ ਉਧਰ ਆਪਦੀ ਰਿਸ਼ਤੇਦਾਰੀਆਂ ਸੀ, ਕੁੜਮਾਚਾਰੀ ਵੀ ਸੀ। ਹਾਂ, ਕਹਿੰਦੇ ਇਹਨਾਂ ਤਾਂ ਕਦੇ ਵਿਰੋਧ, ਵੈਸੇ ਤਾਂ ਕਿਸੇ ਵੀ ਰਾਜੇ ਦਾ, ਹਾਂ, ਜਿਹੜੇ ਦੇਸੀ ਰਾਜੇ ਹੈ, ਦੇਸੀ ਰਾਜਿਆਂ ਦੇ, ਚਾਹੇ ਉਹ ਮੁਗਲਾਂ ਦੇ ਮਤਹਿਤ ਰਹੇ ਹੈ, ਭਾਵੇਂ ਜਿਹਦੇ ਮਰਜ਼ੀ ਦੇ, ਇਹਨਾਂ ਦਾ ਵਿਰੋਧ ਨਹੀਂ ਸੀ ਆਪਸ ਰਹੇ, ਉਹਨਾਂ ਨੇ ਕਦੇ ਸੱਤਾ ਨਾਲ ਵਿਗਾੜੀ ਨਹੀਂ, ਨਾ, ਉਹ ਸੱਤਾ ਦੇ ਮੁਤਾਬਕ ਹੀ ਚੱਲਦੇ ਰਹੇ। ਠੀਕ ਹੈ, ਇਸ ਕਰਕੇ ਜਿਹੜੀ ਹੁਣ ਉਹ ਕਹੀ ਤਾਂ ਜਾਂਦੇ ਜੀ ਇਹਦੇ ਤੇ ਸਾਡਾ ਬਣਦਾ ਕਲੇਮ, ਸਾਡਾ ਬਣਦਾ, ਪਰ ਕਲੇਮ ਤਾਂ ਗਵਾਚ ਗਿਆ। ਅਸਲ 'ਚ ਕਹਾਣੀ ਇਹ ਇਦਾਂ ਨਿਕਲ ਗਿਆ ਸਾਹਿਬ ਕਿ ਜਿਹੜੀ ਪੜ੍ਹਤ ਪੜ੍ਹਾਈ ਹੈ ਨਾ RSS ਵਾਲੀ, ਹਿੰਦੂ ਰਾਸ਼ਟਰ ਬਣਾਉਣ ਵਾਲੀ, ਹਾਂ, ਉਹਦੇ 'ਚ ਇਹ ਹੈ ਕਿ ਜਿੱਥੇ ਮੁਸਲਮਾਨਾਂ ਦਾ ਨਾਮ ਆ ਗਿਆ ਨਾ, ਉਹਨੂੰ ਸਾਰੇ ਨੂੰ ਨੇਸ ਤੋਂ ਨਬੂਦ ਕਰ ਦਿਓ, ਨਵੀਂ ਪਰ ਹਿਸਟਰੀ ਇਹ ਹੋ ਨਹੀਂ ਸਕਣਾ। ਇਹ ਕਿਉਂਕਿ ਸੜਕਾਂ ਬਦਲਤੀਆਂ, ਹੁਣ ਰੇਲਵੇ ਸਟੇਸ਼ਨ ਬਦਲਣਗੇ, ਸੜਕਾਂ ਰੇਲਵੇ ਸਟੇਸ਼ਨਾਂ ਦੇ ਨਾਮ ਬਦਲਤੇ, ਪਰ ਜਿਹੜੀ ਹੈ ਨਾ 1952 ਵਾਲਾ ਤੇ ਉਹ ਜਿਹੜਾ 59 ਵਾਲੇ ਕਾਨੂੰਨ ਬਣੇ ਹੋਏ ਹੈ, ਉਹ ਕਾਨੂੰਨਾਂ ਨੂੰ ਬਦਲਣਾ ਸੌਖਾ ਨਹੀਂ। ਤੇ ਜੇ ਬਦਲਣਗੇ ਤੇ ਫਿਰ ਅਦਾਲਤਾਂ ਨੇ ਬਦਲ ਨਹੀਂ ਦੇਣਾ। ਇਹ ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਹੈ, ਇਹ ਫੈਸਲਾ, ਇਹ ਇਲਾਹਾਬਾਦ ਦਾ ਹਾਈ ਕੋਰਟ ਦਾ ਫੈਸਲਾ ਦੱਸਦਾ ਹੈ ਕਿ ਜੁਡੀਸ਼ਰੀ ਦੇ ਵਿੱਚ ਠੀਕ ਆ, ਭਾਵੇਂ ਅਸੀਂ ਕਈ ਵਾਰੀ ਕਮੀਆਂ ਪੇਸ਼ੀਆਂ ਕੱਢ ਲੈਂਦੇ ਆ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ 2014 ਤੋਂ ਜਦੋਂ ਦੇ ਮੋਦੀ ਜੀ ਆਏ, ਉਦੋਂ ਦੀਆਂ ਸਾਡੀਆਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਕਮਜ਼ੋਰ ਹੋਈਆਂ ਜੀ, ਪਰ ਬਿਲਕੁਲ ਜਿਹੜਾ ਹੈਗਾ ਨੇਸ ਤੋਂ ਨਬੂਦ ਨਹੀਂ ਹੋਈਆਂ। ਹੈਗੀ ਹੈ ਜੇ ਰੜਕ, ਹੈਗੀ ਹੈ, ਕਿਤੇ ਨਾ ਕਿਤੇ ਦਿਖਾ ਦਿੰਦੇ। ਉਹਨਾਂ ਨੇ ਦਿਖਾਤੀ ਇਹ ਗੱਲ, ਵੀ ਇਹ ਗੱਲ ਚੱਕ ਕੇ ਉਹਨਾਂ ਨੇ ਪਰੇ ਮਾਰੀ, ਚੱਲ ਵੀ ਜਾਓ, ਭੱਜ ਜਾਓ, ਕਹਿੰਦੇ ਕਰਾਂ ਐਵੇਂ ਸਮਾਂ ਬਰਬਾਦ ਨਾ ਕਰੋ। ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਰ ਨੂੰ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ। ਹੁਣ ਮੁਲਾਕਾਤ ਹੋਏਗੀ ਸੋਮਵਾਰ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।